ਇਸ ਵੇਲੇ ਸੰਗਤ ਟੀਵੀ ਤੇ ਰੀਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ ਦਾ ਅੱਜ ਦਾ ਐਪੀਸੋਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਰ ਮਟੌਰ। ਦੋਸਤੋ, ਅਸੀਂ ਐਪੀਸੋਡ ਅੱਜ ਦੀ ਤਾਰੀਖ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਵਿੱਚ ਤੁਹਾਡਾ ਯੋਗਦਾਨ ਪਾਉਣ ਦੇ ਲਈ ਕਰਦੇ ਹਾਂ, ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹਿ ਸਕੇ। ਦੋਸਤੋ, ਜਿਸ ਨੇ ਵੀ ਦੇਖਿਆ ਇਹ 2020 ਦਾ ਸਾਲ ਨਹੀਂ ਭੁੱਲਣਾ। ਜਿਸ ਨੇ ਵੀ ਦੇਖਿਆ ਇਹ 2020 ਦਾ ਸਾਲ ਨਹੀਂ ਭੁੱਲਣਾ। ਜਿੱਥੇ ਜੋ ਹੋਇਆ ਲੋਕਾਂ ਦਾ ਉਹ ਹਾਲ ਨਹੀਂ ਭੁੱਲਣਾ। ਸਾਹ ਵੀ ਪੁਣ ਕੇ ਲੈਣਾ ਪੈ ਰਿਹਾ ਐਸਾ ਵਿਸ਼ਿਆ ਜਾਲ ਨਹੀਂ ਭੁੱਲਣਾ। ਇਸ ਰੁੱਤੇ ਜੋ ਕਰਕੇ ਦੱਸ ਗਿਆ ਮਾਂ ਗੁਜਰੀ ਦਾ ਲਾਲ ਨਹੀਂ ਭੁੱਲਣਾ। ਜਿਹੜਾ ਵਕਤ ਹੰਢਾਇਆ ਜਾ ਰਿਹਾ ਬੱਬਲ ਇਹ ਹਰ ਹਾਲ ਨਹੀਂ ਭੁੱਲਣਾ। ਦੋਸਤੋ, ਅੱਜ ਦੇ ਐਪੀਸੋਡ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਆਓ ਸਵਾਗਤ ਕਰਦੇ ਹਾਂ ਸਰਦਾਰ ਰਣਬੀਰ ਸਿੰਘ ਜੀ ਅਟਵਾਲ ਜੀ ਦਾ। ਫਿਰ ਅਗਲੀ ਗੱਲਬਾਤ ਵੱਲ ਅਸੀਂ ਵਧਾਂਗੇ। ਅਟਵਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਐਪੀਸੋਡ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਟਵਾਲ ਜੀ, ਇਹ ਸਾਲ ਬੜਾ ਅਜੀਬ ਗੁਜ਼ਰਿਆ ਇਨਸਾਨੀਅਤ ਦੇ ਉੱਤੇ। ਇਤਿਹਾਸ ਦੇ ਵਿੱਚ ਇਹ ਬੜੇ ਹੀ ਵੱਖਰੇ ਇੱਕ ਕਹਿ ਲਓ ਵੀ ਅੰਦਾਜ਼ ਦੇ ਵਿੱਚ ਇਹ ਸਾਲ ਲਿਖਿਆ ਜਾਏਗਾ। ਲੋਕਡਾਊਨ ਤੋਂ ਸ਼ੁਰੂ ਹੋਇਆ, ਲੋਕਡਾਊਨ ਤੇ ਖਤਮ ਹੋਇਆ। ਅੱਗੇ ਵੀ ਜਿੱਥੇ ਤੱਕ ਨਜ਼ਰ ਥੋੜੀ ਜਿਹੀ ਪੈ ਰਹੀ ਹੈ, ਅਗਲੇ ਸਾਲ ਦੀ ਸ਼ੁਰੂਆਤ ਵੀ ਲੋਕਡਾਊਨ ਤੋਂ ਹੋਏਗੀ। ਕਦੋਂ ਇਹ ਜਾ ਕੇ ਇਹ ਲੋਕਡਾਊਨ ਦੀ ਜੰਜੀਰਾਂ ਜੋ ਹੈ ਉਹ ਟੁੱਟਣਗੀਆਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਤੁਸੀਂ ਕੀ ਸੋਚਦੇ ਹੋ? ਹਾਂਜੀ ਬੱਬਲ ਸਾਹਿਬ, ਇਹ ਬਿਲਕੁਲ ਸੱਚੀ ਗੱਲ ਹੈ ਕਿ 2020 ਸ਼ਾਇਦ ਹੀ ਕੋਈ ਅੱਖ ਹੋਏਗੀ ਜਿਹੜੀ ਨਮ ਨਾ ਹੋਈ ਹੋਵੇ ਇਸ ਸਾਲ ਦੇ ਵਿੱਚ। ਤੇ ਜਿੱਥੇ ਤੱਕ ਸਾਇੰਸ ਦੀ ਤਰੱਕੀ ਦਾ ਸਵਾਲ ਹੈ, ਆਪਣਾ ਇਨਸਾਨ ਦੀ ਤਰੱਕੀ ਦਾ ਸਵਾਲ ਹੈ, ਉਹਨੂੰ ਵੀ ਇੱਕ ਬੜਾ ਚੰਗਾ ਹਲੂਣਾ ਦੇ ਕੇ ਜਾ ਰਿਹਾ ਹੈ 2020 ਸਾਲ ਕੇ ਜੋ ਬੇਅੰਤ ਹੈ ਉਹ ਬੇਅੰਤ ਹੀ ਹੈ। ਅਸੀਂ ਜਿੰਨੀ ਮਰਜ਼ੀ ਟੈਕਨੋਲੋਜੀ, ਜਿੰਨਾ ਮਰਜ਼ੀ ਐਡਵਾਂਸਮੈਂਟ ਹੋ ਗਏ, ਇਸ ਬਿਮਾਰੀ ਨੇ ਇੱਕਦਮ ਸਾਰਿਆਂ ਨੂੰ ਦੱਸ ਦਿੱਤਾ ਕਿ ਤੁਹਾਡੀ ਤਰੱਕੀ ਉਸ ਬੇਅੰਤ ਦੀ ਤਰੱਕੀ ਅੱਗੇ, ਉਸ ਬੇਅੰਤ ਦੇ ਭਾਣੇ ਅੱਗੇ ਕੁਝ ਵੀ ਨਹੀਂ, ਜ਼ੀਰੋ ਜੀ। ਤੋ ਬਾਕੀ ਅਸੀਂ ਇਸ ਸੰਗਤ ਟੀਵੀ ਦੇ ਜਦੋਂ ਕਿ ਸਾਰੇ 2020 ਨੂੰ ਅਲਵਿਦਾ, ਬੜੀ ਖੁਸ਼ੀ ਨਾਲ ਅਲਵਿਦਾ ਕਹਿ ਰਹੇ ਹਾਂ ਸਾਰੇ। ਤੇ ਸਾਰੇ ਆਪਣੇ ਸਰੋਤੇ ਤੇ ਦਰਸ਼ਕ ਜਿਨ੍ਹਾਂ ਨੇ ਅੱਜ ਤੱਕ ਸੰਗਤ ਟੈਲੀਵਿਜ਼ਨ, ਸੰਗਤ ਟਰੱਸਟ ਦਾ ਸਾਥ ਦਿੱਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇਹ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਕਿ 2021 ਦੇ ਵਿੱਚ ਜਿੱਥੇ ਕਿ ਇੱਕ ਨਵੇਂ ਸਾਲ ਦਾ ਆਗਮਨ ਹੋ ਰਿਹਾ ਹੈ, ਉੱਥੇ ਜੋ ਗੁਰੂ ਸਾਹਿਬਾਨ ਦਾ ਫਰਮਾਨ ਹੈ ਕਿ ਸੱਚ ਪੁਰਾਣਾ ਨਾ ਥੀਏ, ਨਾਮ ਨਾ ਮੈਲਾ ਹੋਏ ਜੀ। ਗੁਰ ਕੇ ਭਾਣੇ ਜੇ ਚੱਲੇ ਤਾਂ ਬਾਹੜ ਨਾ ਆਵਣ ਹੋਏ, ਨਾਨਕ ਨਾਮ ਵਿਸਾਰੀਏ ਆਵਣ ਜਾਣਾ ਦੋਏ। ਸੋ ਦੇਖੋ, ਨਵੇਂ ਸਾਲ 'ਚ ਅਸੀਂ ਰੈਜ਼ੋਲਿਊਸ਼ਨ ਬਣਾਉਂਦੇ ਬਹੁਤ ਕਰਦੇ ਹਾਂ, ਪਰ ਜੋ ਗੁਰਬਾਣੀ ਸਾਡਾ ਜੋ ਜੁਗੋ ਜੁਗ ਅਟਲ ਸਾਡਾ ਇੱਕ ਰੈਜ਼ੋਲਿਊਸ਼ਨ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਸੰਗਤਾਂ ਉਸ ਗੁਰਬਾਣੀ ਤੋਂ ਸੇਧ ਲੈ ਕੇ ਜਿਹੜਾ ਆਪਣਾ ਨਵਾਂ ਸਾਲ ਆ ਰਿਹਾ ਉਹਦੇ ਵਿੱਚ ਵੱਧ ਤੋਂ ਵੱਧ ਆਪਣਾ ਖੁਸ਼ੀਮਈ ਜੀਵਨ ਬਤੀਤ ਕਰਨ। ਤੇ ਜੋ ਗੁਰਬਾਣੀ ਦਾ ਫਰਮਾਨ ਹੈ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ ਜੀ। ਉਹ ਗੁਰਬਾਣੀ ਦੀ ਇੱਕ ਜੋ ਸੁਨੇਹਾ ਹੈ ਉਹ ਨਵੇਂ ਸਾਲ ਦਾ ਰੈਜ਼ੋਲਿਊਸ਼ਨ ਹੀ ਸਮਝ ਲਓ ਉਹਨੂੰ। ਸੋ ਇਹ ਵੀ ਅਰਦਾਸ ਕਰਕੇ ਅਸੀਂ ਵਾਹਿਗੁਰੂ ਅੱਗੇ ਨਵੇਂ ਸਾਲ ਦੀ ਕਾਮਨਾ ਕਰਦੇ ਹਾਂ। ਤੇ 2020 ਤੇ ਜੋ ਟਾਈਮ ਬਹੁਤ ਮਾੜਾ ਟਾਈਮ ਜਿਸ ਤਰ੍ਹਾਂ ਵੀ ਲੰਘਿਆ ਭਾਣੇ ਅੰਦਰ, ਇਹ ਤੋਂ ਇੱਕ ਬਹੁਤ ਵੱਡਾ ਲੈਸਨ ਹੈ ਸਾਡੇ ਸਾਰਿਆਂ ਵਾਸਤੇ। ਤੇ ਅਸੀਂ ਹੋ ਸਕਦਾ ਅਸੀਂ ਉਸ ਲੈਸਨ ਨੂੰ ਉਹਦੇ ਤੇ ਅਮਲ ਕਰਕੇ ਅਸੀਂ ਇਹ ਆਪਣਾ ਜੀਵਨ ਵਧੀਆ ਬਣਾਵਾਂਗੇ ਜੀ। ਬਿਲਕੁਲ ਅਟਵਾਲ ਜੀ, ਜੇ ਅਸੀਂ ਦੇਖੀਏ ਕਿ 2020 ਦਾ ਸਾਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੋਈ ਅੱਖ ਐਸੀ ਨਹੀਂ ਹੋਏਗੀ ਜਿਹੜੀ ਕਿ ਨਮ ਨਾ ਹੋਈ ਹੋਵੇ।
ਹਨਾ ਜੀ। ਸੋ ਅਸੀਂ ਦੇਖਿਆ ਬੜਾ ਇੱਕ ਹਾਰਡਸ਼ਿਪ ਵਾਲਾ ਇਹ ਸਾਲ ਗੁਜ਼ਰਿਆ ਹੈਗਾ ਆ। ਇਸ ਤਰ੍ਹਾਂ ਦਾ ਪੈਂਡੇਮਿਕ ਪਹਿਲਾਂ 1920 ਦੇ ਵਿੱਚ ਸ਼ਾਇਦ ਆਇਆ ਸੀਗਾ ਜੀ। ਸੋ ਡੈਫੀਨੇਟਲੀ ਬੜੇ ਵੱਡੇ ਲੈਸਨ ਸਾਇੰਸ ਲਈ, ਸਾਡੇ ਲਈ ਇੱਕ ਸੈਲਫ ਐਨਾਲਿਸਿਸ ਦਾ ਇੱਕ ਬੜਾ ਵੱਡਾ ਈਅਰ ਰਿਹਾ, ਹਨਾ ਜੀ। ਸੋ ਡੈਫੀਨੇਟਲੀ ਬਾਕੀ ਜੇ ਅਸੀਂ ਹੁਣ ਪਾਰਟੀਕੂਲਰਲੀ ਇਸ ਮਹੀਨੇ ਦੀ ਗੱਲ ਕਰੀਏ, ਜਾਂ ਮੈਂ ਕਹਾਂ ਕਿ ਖਾਸ ਕਰਕੇ ਇਸ ਹਫਤੇ ਦੀ ਗੱਲ ਕਰ ਲਈਏ, ਦਸੰਬਰ ਦਾ ਜੋ ਅਖੀਰਲਾ ਹਫਤਾ ਇਹ ਚੱਲ ਰਿਹਾ ਹੈਗਾ ਆ, ਇਹ ਬੜੀ ਇੱਕ ਖਾਸ ਆਪਣੀ ਥਾਂ ਰੱਖਦਾ ਹੈਗਾ। ਖਾਸ ਕਰਕੇ ਕ੍ਰਿਸਚੀਅਨਸ ਲਈ ਵੀ ਇੱਕ ਖਾਸ ਥਾਂ ਰੱਖਦਾ ਹੈ, ਤੇ ਸਿੱਖਾਂ ਲਈ ਵੀ ਇੱਕ ਖਾਸ ਥਾਂ ਰੱਖਦਾ ਹੈਗਾ ਆਪਣੇ ਆਪਣੇ ਇਤਿਹਾਸ ਦੇ ਹਿਸਾਬ ਨਾਲ। ਸੋ ਅਸੀਂ ਜੇ ਦੇਖਦੇ ਹਾਂ ਤਾਂ ਇਸ ਮਹੀਨੇ ਦਾ ਜੋ ਇਤਿਹਾਸ ਹੈ ਉਸ ਤੋਂ ਤਾਂ ਸਾਡੇ ਦਰਸ਼ਕ ਚੰਗੀ ਤਰ੍ਹਾਂ ਜਾਣੂ ਹੈਗੇ ਨੇ, ਪਰ ਇਸ ਵਾਰ ਬੜਾ ਹੀ ਵਿਲੱਖਣ ਇੱਕ ਵਰਤਾਰਾ ਵਰਤ ਰਿਹਾ, ਤੇ ਨਾਲ ਸਿਮਿਲਰ ਵੀ ਹੈ, ਡਿਫਰੈਂਟ ਵੀ ਹੈ, ਸਿਮਿਲਰ ਵੀ ਹੈਗਾ ਪੁਰਾਣੇ ਸਾਡੇ ਇਤਿਹਾਸ ਦੇ ਨਾਲ। ਜੇ ਦੇਖੀਏ ਤਾਂ ਦੇਖੋ ਵੀ ਜਿਹੜਾ ਸੰਤਾਪ ਕਹਿ ਲਓ, ਜਾਂ ਸੰਤਾਪ ਨਾ ਵੀ ਕਹੀਏ, ਜਾਂ ਜੋ ਸਮਾਂ ਕਹਿ ਲਈਏ, ਜਾਂ ਉਸ ਵਕਤ ਜੋ ਠੰਡ ਸੀ, ਜੋ ਰੁੱਤਾਂ ਸੀ, ਜੋ ਹਾਰਡਸ਼ਿਪ ਸੀ, ਗੁਰੂ ਦਸ਼ਮੇਸ਼ ਪਿਤਾ ਜੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਉਹਨਾਂ ਦੇ ਪਰਿਵਾਰ ਨੇ ਆਪਣੇ ਤੇ ਹੰਢਾਇਆ। ਅੱਜ ਉਹ ਚੀਜ਼ਾਂ ਦੇਖੋ ਲਾਈਵ ਸਾਡੇ ਸਾਹਮਣੇ, ਜੋ ਕਹਿ ਲਓ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਹੰਢਾ ਰਹੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਵਰਤਾਰੇ ਨੂੰ? ਦੇਖੋ, ਜਿਸ ਤਰ੍ਹਾਂ ਕੋਵਿਡ-19 ਤੋਂ ਇੱਕ ਸਾਨੂੰ ਬਹੁਤ ਵੱਡਾ ਲੈਸਨ ਮਿਲਿਆ, ਇਸੇ ਤਰ੍ਹਾਂ ਹੁਣ ਇਹ ਮਹੀਨੇ ਤਾਂ ਸਾਡੇ ਜੋ ਸ਼ਹਾਦਤ ਦੇ ਮਹੀਨੇ ਨੇ, ਇਹਨਾਂ ਦਿਨਾਂ ਦੇ ਵਿੱਚ ਤੇ ਜਿਹੜਾ ਇੱਕ ਢਹਿੰਦੀ ਤੋਂ ਢਹਿੰਦੀ ਕਲਾ ਵਾਲਾ ਇਨਸਾਨ ਵੀ ਜਦੋਂ ਇਹ ਹਿਸਟਰੀ ਦੇ ਇਹ ਪਲ ਯਾਦ ਕਰਦਾ, ਤੇ ਉਹ ਬਿਲਕੁਲ ਬੁਲੰਦ ਹੌਸਲੇ ਲੈ ਕੇ ਚੜ੍ਹਦੀ ਕਲਾ ਦੇ ਵਿੱਚ ਪਹੁੰਚ ਜਾਂਦਾ ਹੈ ਜੀ। ਇਹ ਜਿਹੜਾ ਕਿਸਾਨ ਅੰਦੋਲਨ ਹੈ, ਇਹ ਮੈਂ ਕਹਿੰਦਾ ਕਿ ਇਹ ਸਾਰਿਆਂ ਤੋਂ ਵੱਡਾ ਜਿਹੜਾ ਇਸ ਵੇਲੇ ਲੈਸਨ ਹੈ ਸਾਡੀ ਕੌਮ ਵਾਸਤੇ, ਤੇ ਪੂਰੇ ਮਾਨਵਤਾ ਵਾਸਤੇ, ਤੇ ਆਪਣਾ ਇੰਡੀਆ ਵਾਸਤੇ ਇੱਕ ਇਹ ਤੋਂ ਵੱਡਾ ਲੈਸਨ ਮੇਰੇ ਖਿਆਲ ਦੇ ਨਾਲ ਅੱਜ ਤੱਕ ਹਿਸਟਰੀ ਦੇ ਵਿੱਚ ਨਹੀਂ ਸਾਡੇ ਸਾਹਮਣੇ ਆਇਆ। ਜੋ ਇਸ ਅੰਦੋਲਨ ਦੇ ਵਿੱਚੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਤੇ ਅਸੀਂ ਆਸ ਕਰਦੇ ਹਾਂ ਕਿ ਇਹਦੇ ਵਿੱਚੋਂ ਵੀ ਕੋਈ ਵਧੀਆ ਮੈਸੇਜ ਨਿਕਲੇਗਾ। ਖਾਸ ਕਰਕੇ ਜਿਹੜਾ ਇੱਕ ਸਿੱਖੀ ਦਾ ਮੈਸੇਜ ਗੁਰੂ ਨਾਨਕ ਦੇਵ ਜੀ ਨੇ, ਮੈਸੇਜ ਆਫ ਵਨਨੈਸ ਜੀ, ਕਿ ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਾਈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਤੇ ਇਹੋ ਹੀ 10ਵੇਂ ਜਾਮੇ ਦੇ ਵਿੱਚ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸੋ ਅੱਜ ਕਈ ਹਜ਼ਾਰ ਜਿਹੜੇ ਉਹ ਦਿੱਲੀ ਦੇ ਬਾਰਡਰਾਂ ਦੇ ਵਿੱਚ ਉਹੀ ਪੋਹ ਦੇ ਮਹੀਨੇ, ਉਹੀ ਰਾਤਾਂ ਦਾ ਜੋ ਇਤਿਹਾਸ ਆ ਉਹ ਦੁਹਰਾ ਰਹੇ ਨੇ ਜੀ, ਤੇ ਉਹ ਜੀਵਤ ਕਈ ਹਜ਼ਾਰ ਦੀ ਮਿਸਾਲ ਬਣ ਕੇ ਬੈਠੇ ਹੋਏ ਨੇ। ਤੇ ਜ਼ੁਲਮ ਵੀ ਉਹੀ ਮੁਗਲਾਨਾ ਔਰੰਗਜ਼ੇਬ, ਉਸੀ ਸਮੇਂ ਦਾ ਜ਼ੁਲਮ ਕਿ ਜੋ ਗਰੀਬ ਮਾਰ ਹੋ ਰਹੀ ਹੈ, ਅਤਿਆਚਾਰ ਹੋ ਰਿਹਾ, ਜ਼ੁਲਮ ਹੋ ਰਿਹਾ, ਉਹਦੇ 'ਚ ਉਹ ਵੀ ਕਹਿਰਾਂ ਤੇ ਪਹੁੰਚਿਆ ਹੋਇਆ ਹੈ ਜੀ। ਤੋ ਇਹ ਜਿਹੜਾ ਮੈਸੇਜ ਆਫ ਵਨਨੈਸ ਹੈ, ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਉਸ ਮੈਸੇਜ ਨੂੰ ਸਮਝ ਸਕੀਏ ਜੀ। ਤੇ ਜੋ ਇਸ ਅੰਦੋਲਨ ਦੇ ਵਿੱਚ ਇੱਕ ਪਿੱਛੇ ਜੋ ਤਾਕਤ ਇੱਕ ਕੰਮ ਕਰ ਰਹੀ ਹੈ, ਉਹ ਉਸ ਪੰਜਾਬ ਦੀ ਉਹੀ ਆਵਾਜ਼ ਬੁਲੰਦ ਕਰ ਰਹੀ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ, ਦਾ ਮੈਸੇਜ ਆਫ ਵਨਨੈਸ, ਦਾ ਮੈਸੇਜ ਆਫ ਸਰਬੱਤ ਦਾ ਭਲਾ, ਕਿ ਇਹ ਕਦੀ ਕਿਸੇ ਜ਼ੁਲਮ ਅੱਗੇ ਝੁਕ ਨਹੀਂ ਸਕਦੀ। ਤੇ ਇਹ ਇਨਸਾਨੀਅਤ ਨੂੰ ਪਿਆਰ ਕਰਨ ਵਾਲੀ ਕੌਮ ਹੈ ਜੀ। ਤੇ ਇਹਦੇ ਵਿੱਚ ਜੋ ਸੋਚ ਹੈ ਉਹ ਗੁਰਸਿੱਖੀ ਵਾਲੀ ਸੋਚ, ਇੱਕ ਜਿੱਥੇ ਕਿ ਉਹ ਸੋਚ ਉੱਥੇ ਬਾਰਡਰ ਤੇ ਬੁਲੰਦ ਕਰ ਰਹੇ ਨੇ, ਉੱਥੇ ਇੱਕ ਥੋੜਾ ਜਿਹਾ ਕਈ ਵਾਰੀ ਜਿਹੜੇ ਇਹਨਾਂ ਦੀਆਂ ਸੋਚਾਂ ਦੇ ਵਿੱਚ ਫਰਕ ਪਾਉਣੇ ਵਾਲੇ ਤੇ ਵੰਡੋ ਅਤੇ ਛਕੋ ਵਾਲੇ ਜਿਹੜੇ ਹੈਗੇ ਨੇ, ਕਿ ਡਿਵਾਈਡ ਐਂਡ ਰੂਲ ਵਾਲੀ ਜਿਹੜੀ ਪੋਲੀਟਿਕਸ ਹੈ, ਜਿਹੜਾ ਦੁਸ਼ਮਣ ਹੈ ਉਹ ਬਹੁਤ ਜ਼ਿਆਦਾ ਸ਼ੈਤਾਨ ਹੈ। ਜਿਹੜਾ ਸੱਚਾ ਆਦਮੀ ਹੈ, ਸੱਚਾ ਤਾਂ ਆਪਣੇ ਧਰਮ ਦੇ ਮਾਰਗ ਤੇ ਚੱਲਦਾ ਰਹਿੰਦਾ ਹੈ, ਤੇ ਉਹ ਪਰਮਾਤਮਾ ਦੇ ਆਸਰੇ ਦੇ ਨਾਲ ਅੰਤ 'ਚ ਵਿਜੇ, ਜਿਹੜੀ ਜਿੱਤ ਤੇ ਸੱਚ ਦੀ ਹੀ ਹੋਣੀ ਹੈ ਜੀ। ਪਰ ਉਹ ਬੜਾ ਫੀਲ ਹੁੰਦਾ ਹੈ ਉਹਨਾਂ ਨੂੰ ਦੇਖ ਕੇ ਕਿ ਇੰਨੀਆਂ ਜਾਇਜ਼ ਮੰਗਾਂ ਹੋਣ, ਤੇ 30 ਦਿਨ ਇੰਨੀ ਠੰਡ ਦੇ ਵਿੱਚ ਉਹਨਾਂ ਨੂੰ ਬਿਠਾਲਣਾ, ਫਿਰ ਹਰ ਰੋਜ਼ ਨਵੇਂ ਤੋਂ ਨਵੀਂ ਕੋਈ ਕਹਾਣੀ ਪਾ ਦੇਣੀ, ਗੱਲਬਾਤ ਕਰੋ, ਆਹ ਕਰੋ, ਉਹ ਕਰੋ, ਕਿ ਕੱਲ ਤੇ ਕੁਛ ਵੀ ਨਹੀਂ, ਕਿ ਜਦੋਂ ਤੁਸੀਂ ਮੰਨ ਗਏ ਕਿ ਕਾਨੂੰਨ ਦੇ ਵਿੱਚ ਕਮੀਆਂ, 3 ਕਾਨੂੰਨ ਵਾਪਸ ਕਰਨ ਨੂੰ ਕਹਿ ਰਹੇ ਨੇ, ਤੇ ਉਹਨਾਂ ਕਾਨੂੰਨਾਂ ਦੇ ਵਿੱਚ ਕਮੀਆਂ ਨੇ, ਤੁਸੀਂ ਮੰਨ ਰਹੇ ਹੋ, ਅੱਛਾ ਅਸੀਂ ਆਹ ਵੀ ਅਮੈਂਡਮੈਂਟ ਕਰ ਦਾਂਗੇ, ਆਹ ਵੀ ਅਮੈਂਡਮੈਂਟ ਕਰ ਦਾਂਗੇ।
ਤੁਸੀਂ ਕਮੀਆਂ ਨੂੰ ਵੀ ਮੰਨ ਗਏ, ਸੋਧਾਂ ਕਰਨ ਲਈ ਵੀ ਮੰਨ ਗਏ ਹੋ। ਹੁਣ ਇਹ ਇਸ ਤਰ੍ਹਾਂ ਦੀ ਇੱਕ ਮੈਂ ਮਿਸਾਲ ਦੇਣਾ ਚਾਹੁੰਦਾ ਕਿ ਜੇ ਤੁਸੀਂ ਕੋਈ ਨਵੀਂ ਗੱਡੀ ਖਰੀਦਣ ਜਾਓ ਤੇ ਜਦੋਂ ਤੁਹਾਡੀ ਗੱਲਬਾਤ ਸਾਰਾ ਹੋ ਜਾਏ ਤੇ ਤੁਹਾਨੂੰ ਬਾਅਦ ਚ ਪਤਾ ਲੱਗੇ ਕਿ ਇਹਦੀਆਂ ਤਾਂ ਬ੍ਰੇਕਾਂ ਵੀ ਨਹੀਂ ਚੱਲਦੀਆਂ, ਇਹਦਾ ਕਲੱਚ ਵੀ ਨਹੀਂ ਚੱਲਦਾ, ਇਹਦਾ ਸਟੀਅਰਿੰਗ ਵੀ ਫੋਲਟੀ ਹੈ, ਇਹਦਾ ਟਾਇਰ ਵੀ ਫੋਲਟੀ ਹੈ, ਤੇ ਉਹ ਕਹਿੰਦਾ ਵੀ ਅਸੀਂ ਹਾਂਜੀ ਸਭ ਕੁਝ ਬਦਲ ਦੇਵਾਂਗੇ ਤੁਹਾਨੂੰ ਪਰ ਫਿਰ ਵੀ ਗੱਡੀ ਜ਼ਰੂਰ ਖਰੀਦੋ ਜੀ। ਤੋ ਇਹ ਗੱਲ ਬਹੁਤ ਛੋਟੀ ਹੈ, ਪਰ ਇਸ ਵੇਲੇ ਜਿਹੜਾ ਹੰਕਾਰ ਹੈ ਨਾ, ਇਹ ਹੰਕਾਰ ਬੰਦੇ ਦੀ ਜਿਹੜੀ ਮੱਤ ਮਾਰ ਲੈਂਦਾ। ਸੋ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਰਿਆਂ ਨੂੰ ਸਮੱਤ ਬਖਸ਼ੇ ਪ੍ਰਮਾਤਮਾ। ਸੋ ਇਹਦੇ ਵਿੱਚੋਂ ਜਦੋਂ ਕਿ ਮੋਦੀ ਇੱਕ ਬਹੁਤ ਹੀ ਆਪਣੇ ਪ੍ਰਾਈਮ ਮਿਨਿਸਟਰ ਆਪਣੀ ਇੱਕ ਬੜੀ ਸਟਰੋਂਗ ਪੋਜੀਸ਼ਨ ਬਣਾ ਸਕਦਾ ਸੀ, ਪਰ ਉਹਨਾਂ ਦੀ ਹੈਂਕੜਬਾਜ਼ੀ ਨੇ ਉਹਨਾਂ ਦੇ ਜੋ ਵੀ ਅੱਜ ਤੱਕ ਉਹਨੂੰ ਆਪਣੇ ਆਪ 'ਚ ਜੋ ਪ੍ਰਾਪਤੀ ਸਮਝਦੇ ਉਹ ਪ੍ਰਾਪਤੀ ਨੂੰ ਜ਼ੀਰੋ ਕਰ ਦਿੱਤਾ ਹੈ। ਤੇ ਅਸੀਂ ਆਸ ਕਰਦੇ ਹਾਂ ਕਿ ਵਾਹਿਗੁਰੂ ਇਸ ਸੰਘਰਸ਼ ਵਿੱਚ ਸਾਡੀ ਕੌਮ ਨੂੰ ਹੋਰ ਤਾਕਤ ਬਖਸ਼ੇ ਜੀ। ਇਹਦੇ ਵਿੱਚੋਂ ਜੋ ਬੁਲੰਦੀ ਦਾ ਪੰਚਮ ਲਹਿਰਾਏ ਉਹ ਸਿੱਖ ਕੌਮ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਵੇ ਜੀ। ਆਪਣੀ ਚੜ੍ਹਦੀ ਕਲਾ ਦੀ ਅਸੀਂ ਆਸ ਕਰਦੇ ਹਾਂ ਇਹਦੇ ਵਿੱਚੋਂ ਜੀ। ਹਾਂਜੀ ਜੀ ਬਿਲਕੁਲ ਜੀ ਅਟਵਾਲ ਜੀ, ਤੁਹਾਡੀ ਗੱਲ ਸਹੀ ਹੈ ਜੀ ਕਿ ਇਸ ਮੁੱਦੇ ਨੂੰ ਜੇ ਗਵਰਨਮੈਂਟ ਚਾਹੁੰਦੀ ਤਾਂ ਬੜੀ ਵਧੀਆ ਢੰਗ ਦੇ ਨਾਲ ਇਹਨੂੰ ਮੈਨੇਜ ਕੀਤਾ ਜਾ ਸਕਦਾ ਸੀਗਾ। ਜਿਹੜੇ ਕਾਨੂੰਨ ਹੈ, ਜਦੋਂ ਤੁਸੀਂ ਕਹਿ ਰਹੇ ਹੋ ਕਿ ਮਤਲਬ ਇੰਨੀਆਂ ਕਮੀਆਂ ਤੁਸੀਂ ਮੰਨ ਗਏ ਹੋ ਕਿ ਬਹੁਤ ਕਮੀਆਂ ਇਹਦੇ ਵਿੱਚ ਹੈਗੀ ਹੈ, ਤੁਸੀਂ ਐਗਜ਼ਾਮਪਲ ਬੜੀ ਸੂਟੇਬਲ ਦਿੱਤੀ ਹੈ ਕਿ ਜਦੋਂ ਬੰਦਾ ਕੋਈ ਨਵੀਂ ਗੱਡੀ ਲੈਣ ਜਾਂਦਾ ਨਾ, ਉਹਨੂੰ ਪਤਾ ਲੱਗ ਜੇ ਇਹਦੇ 10-12 ਜਿਹੜੇ ਮੇਨ ਜਿਹੜੇ ਪਾਰਟ ਹੈ ਉਹ ਫੋਲਟੀ ਹੈਗੇ ਨੇ, ਤਾਂ ਬੰਦਾ ਉਹ ਨਵੀਂ ਗੱਡੀ ਕਦੇ ਨਹੀਂ ਲਏਗਾ। ਕਹੂਗਾ ਮੈਨੂੰ ਤਾਂ ਉਹ ਇਹ ਨਹੀਂ ਲਊਗਾ ਕਿ ਤੁਸੀਂ ਠੀਕ ਹੈ ਰਿਪੇਅਰ ਕਰ ਦਿਓ ਅਸੀਂ ਲੈ ਲੈਂਦੇ ਹਾਂ, ਨਹੀਂ, ਉਹ ਕਹੂਗਾ ਨਵੀਂ ਗੱਡੀ ਲਊਗਾ। ਗੱਲ ਵਿਸ਼ਵਾਸ ਦੀ ਹੈ, ਗੱਲ ਇਹ ਹੈ ਕਿ ਉਹ ਗੱਡੀ ਵੀ ਨਹੀਂ ਲਏਗਾ ਤੇ ਉਹ ਕਦੀ ਮੁੜ ਕੇ ਉਸ ਗੈਰਾਜ ਤੇ ਵੀ ਨਹੀਂ ਜਾਏਗਾ। ਬਿਲਕੁਲ ਜੀ, ਉਸ ਏਜੰਸੀ ਤੋਂ ਵੀ ਨਹੀਂ। ਇਸ ਵੇਲੇ ਜਿਹੜੀ ਪ੍ਰੋਬਲਮ ਦਾ ਹੁਣ ਇਸ ਵੇਲੇ ਰੰਗ ਰੂਪ ਇਹ ਬਣ ਗਿਆ ਹੈ ਕਿ ਉਹ ਜਿਹੜਾ ਟਰਸਟ ਮਾੜਾ ਮੋਟਾ ਬਚਿਆ ਸੀਗਾ, ਉਹ ਟਰਸਟ ਬਿਲਕੁਲ ਖਤਮ ਹੋ ਚੁੱਕਾ ਹੈ। ਤੇ ਉਸ ਟਰਸਟ ਨੂੰ ਬਿਲਡ ਕਰਨ ਵਾਸਤੇ ਬਹੁਤ ਕੋਈ ਵੱਡੀ ਪੁਲਾਂਘ ਪੱਟਣ ਦੀ ਲੋੜ ਹੈ, ਜਿਹੜੀ ਕਿ ਇਸ ਸਰਕਾਰ ਦੇ ਉੱਤੋਂ ਕੋਈ ਆਸ ਨਹੀਂ ਹੈ। ਸੋ ਨਜ਼ਰਾਂ ਤੇ ਮੁੜ ਉਸੇ ਪੰਜਾਬ ਦੀ ਲੀਡਰਸ਼ਿਪ ਵੱਲ ਹੀ ਜਾਂਦੀਆਂ ਹਨ, ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਆਪਣੀ ਜੋ ਸਿੱਖ ਲੀਡਰਸ਼ਿਪ ਹੈ, ਕਿ ਇਹ ਮੌਕਾ ਇਹ ਕਿਸੇ ਹਾਲਤ 'ਚ ਖੰਜਾਉਣਾ ਨਹੀਂ ਚਾਹੀਦਾ ਤੇ ਇਹਦੇ ਵਿੱਚ ਆਪਣੀ ਲੀਡਰਸ਼ਿਪ ਨੂੰ ਬਿਲਕੁਲ ਵੱਧ ਚੜ੍ਹ ਕੇ ਅੱਗੇ ਆ ਕੇ ਵੱਧ ਚੜ੍ਹ ਕੇ ਚਾਹੀਦਾ ਤੇ ਇਹਦੇ ਵਿੱਚੋਂ ਕੋਈ ਚੰਗਾ ਰਿਜ਼ਲਟ ਨਿਕਲਣਾ ਚਾਹੀਦਾ ਹੈ ਜੀ। ਬਿਲਕੁਲ ਜੀ, ਰਿਜ਼ਲਟ ਦੀ ਸਾਨੂੰ ਸਾਰਿਆਂ ਨੂੰ ਉਮੀਦ ਹੈ ਕਿ ਕੋਈ ਸਾਰਥਕ ਹੱਲ ਨਿਕਲੇ ਤੇ ਸ਼ਾਂਤੀ ਬਹਾਲ ਹੋਵੇ। ਪਰ ਜੇ ਅਸੀਂ ਨਾਲ ਦੀ ਨਾਲ ਗੱਲ ਕਰੀਏ ਕਿ ਹੱਲ ਤਾਂ ਜਦੋਂ ਨਿਕਲੇਗਾ ਉਦੋਂ ਨਿਕਲੇਗਾ, ਪਰ ਇਸ ਵਕਤ ਫਿਲਹਾਲ ਸ਼ਹੀਦੀਆਂ ਹੋ ਰਹੀਆਂ ਨੇ ਉੱਥੇ ਕਿਸਾਨਾਂ ਦੀਆਂ। ਅਸੀਂ ਦੇਖ ਰਹੇ ਹਾਂ ਸੜਕਾਂ ਦੇ ਉੱਪਰ ਇੰਨੀ ਠੰਡ ਦੇ ਵਿੱਚ ਡਿਫਰੈਂਟ ਤਰੀਕੇ ਦੇ ਨਾਲ ਜੋ ਕਹਿ ਲਓ ਵੀ ਜਾਨਾਂ ਜਾ ਰਹੀਆਂ ਨੇ, ਹਨਾ ਜੀ। ਇਸ ਪੂਰੇ ਕਹਿ ਲਓ ਵੀ ਜੋ ਮੁਹਿੰਮ ਹੈ ਉਹਦੇ ਵਿੱਚ ਯੋਗਦਾਨ ਪਾਉਣ ਦੇ ਲਈ। ਸੋ ਅਟਵਾਲ ਜੀ, ਹੁਣ ਅਜਿਹੇ ਦੇ ਵਿੱਚ ਇੱਕ ਮੈਂ ਵੈਸੇ ਨਿਊਜ਼ ਸੁਣੀ ਹੈ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਜੋ ਹੈਗੇ ਨੇ ਉਹ ਵੀ ਅੱਗੇ ਆਏ ਨੇ ਉਹਨਾਂ ਕਿਸਾਨਾਂ ਦੇ ਸਪੋਰਟ ਦੇ ਵਿੱਚ, ਜਿਹੜੇ ਕਿਸਾਨ ਕੀ ਸ਼ਹੀਦ ਹੋ ਚੁੱਕੇ ਨੇ। ਉਹਦੇ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ, ਤੁਸੀਂ ਕੀ ਕਰਨ ਜਾ ਰਹੇ ਹੋ ਕਿਸਾਨਾਂ ਨੂੰ ਯੋਗਦਾਨ ਪਾਉਣ ਦੇ ਲਈ? ਹਾਂਜੀ ਬੱਬਲ ਸਾਹਿਬ, ਮੈਂ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦੇਵਾਂ ਕਿ ਉੱਥੇ ਲੱਖਾਂ ਦੀ ਗਿਣਤੀ 'ਚ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਰਾਤਾਂ ਕੱਟ ਰਹੇ ਨੇ, ਉਹਨਾਂ ਦੀ ਸਹੂਲਤ ਵਾਸਤੇ, ਉਹਨਾਂ ਨੂੰ ਸਪੋਰਟ ਕਰਨ ਵਾਸਤੇ ਸੰਗਤ ਟਰੱਸਟ, ਸੰਗਤ ਟੀਵੀ ਵੱਲੋਂ ਲੰਗਰ ਸੇਵਾ ਚੱਲ ਰਹੀ ਹੈ। ਅੱਛਾ ਜੀ। ਜੋ ਕਿ ਬਾਬਾ ਲਾਭ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਬਾਰੇ ਉੱਥੇ ਸੇਵਾ ਕਰ ਰਹੇ ਨੇ ਤੇ ਉਹਦੀ ਜੋ ਵੀ ਸੇਵਾ ਸਾਡੇ ਕੋਲ ਸੰਗਤਾਂ ਦੇ ਰਹੀਆਂ ਨੇ ਉੱਥੇ ਪਹੁੰਚ ਰਹੀ ਹੈ ਜੀ। ਉਸ ਤੋਂ ਬਾਅਦ ਉੱਥੇ ਮੈਡੀਕਲ ਸੇਵਾ ਚੱਲ ਰਹੀ ਹੈ, ਬਾਬਾ ਜਗਤਾਰ ਸਿੰਘ ਜੀ ਸੁਪਰ ਸਪੈਸ਼ਲਿਟੀ ਹਸਪੀਟਲ ਤਰਨਤਾਰਨ, ਤੇ ਉਹਨਾਂ ਦੀ ਟੀਮ ਉੱਥੇ ਪਹੁੰਚੀ ਹੋਈ ਹੈ। ਅੱਛਾ ਜੀ। ਤੇ ਇਸ ਤੋਂ ਇਲਾਵਾ ਸਾਡੇ ਟਰਸਟੀ ਸਰਦਾਰ ਰਣਧੀਰ ਸਿੰਘ ਜੀ ਉੱਥੇ ਪਹੁੰਚੇ ਹੋਏ ਨੇ, ਜੋ ਕਿ ਉੱਥੇ ਟੈਂਟਾਂ ਦਾ ਇੰਤਜ਼ਾਮ ਕਰ ਰਹੇ, ਤੇ ਹੋਰ ਵੀ ਜੋ ਕਿਸਾਨਾਂ ਦੀਆਂ ਪ੍ਰੋਬਲਮਾਂ ਉਹਨਾਂ ਬਾਰੇ ਜੋ ਵੀ ਸੰਗਤ ਟਰੱਸਟ, ਸੰਗਤ ਟੀਵੀ ਵੱਲੋਂ ਅਸੀਂ ਕਰ ਸਕਦੇ ਆ ਉਹ ਉੱਥੇ ਕੀਤਾ ਜਾ ਰਿਹਾ ਹੈ। ਤੇ ਤੁਸੀਂ ਐਡ ਵੀ ਦੇਖ ਰਹੇ ਹੋ ਕਿ ਇੱਕ ਟੈਂਟ ਜੋ ਜਿਸ ਤਰ੍ਹਾਂ ਵੀ ਜੋ ਵੀ ਕੰਟਰੀਬਿਊਸ਼ਨ ਸੰਗਤ ਟਰੱਸਟ, ਸੰਗਤ ਟੀਵੀ ਦੇ ਕੋਲ ਆ ਰਹੀ ਹੈ, ਅਸੀਂ ਉੱਥੇ ਪਹੁੰਚਾ ਰਹੇ ਹਾਂ। ਪਰ ਇਸ ਨਾਲ ਅਸੀਂ ਦੱਸ ਦੇਵਾਂ ਕਿ ਸਾਡਾ ਇਹ ਜਿਹੜਾ ਪ੍ਰੋਗਰਾਮ ਹੁੰਦਾ ਰੀਬੂਟ ਪੰਜਾਬ ਦਾ, ਤੇ ਅਸੀਂ ਤੇ ਬਹੁਤ ਟਾਈਮ ਤੋਂ ਇਹ ਪ੍ਰੋਗਰਾਮ ਕਰ ਰਹੇ ਹਾਂ। ਤੇ ਕਲਗੀਧਰ ਟਰੱਸਟ ਇੱਕ ਸੰਸਥਾ ਹੀ, ਇੱਕ ਜਿਹੜੀ ਐਸੀ ਸੰਸਥਾ ਹੈ ਕਿ ਜੋ ਬਿਲੋਂਗ ਹੀ ਕਿਸਾਨਾਂ ਨੂੰ ਕਰਦੀ ਹੈ। ਫਾਰਮਰਸ ਹੈ ਹੀ ਫਾਰਮਰ ਦੀ ਸੰਸਥਾ। ਅੱਛਾ ਜੀ। ਕਿ ਬਾਬਾ ਇਕਬਾਲ ਸਿੰਘ ਜੀ ਜੋ ਪ੍ਰੈਜ਼ੀਡੈਂਟ ਨੇ ਕਲਗੀਧਰ ਟਰੱਸਟ ਦੇ, ਉਹਨੇ ਆਪਣੀ ਪੂਰੀ ਲਾਈਫ ਸਾਰੀ ਕਿਸਾਨਾਂ ਦੇ ਵਿੱਚ ਗੁਜ਼ਾਰੀ।
ਕਿਉਂਕਿ ਉਹ ਜੀ ਐਗਰੀਕਲਚਰ ਹੋਣ ਕਰਕੇ ਇੱਕ ਡਾਇਰੈਕਟਰ ਆਫ ਐਗਰੀਕਲਚਰ, ਤੇ ਕਿਸਾਨਾਂ ਦੀ ਪ੍ਰੋਬਲਮ ਨਾਲੋਂ ਇੱਕ ਡਾਕਟਰ ਖੇਮ ਸਿੰਘ ਜੀ, ਜਿਨ੍ਹਾਂ ਨੇ ਕਿ ਗ੍ਰੀਨ ਰੈਵੋਲੂਸ਼ਨ 'ਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਜੋ ਵੀ ਆਪਣੀ ਕ੍ਰੌਪ ਪ੍ਰੋਡਕਟਿਵਿਟੀ ਉਹਨੂੰ ਨੀਅਰਲੀ ਡਬਲ ਕੀਤਾ। ਜੀ ਉਹ ਵੀ ਸਾਡੇ ਜਿੰਨੇ ਵੀ ਬਾਨੀ ਨੇ ਕਲਗੀਧਰ ਟਰੱਸਟ ਦੇ, ਉਹ ਉਹਨਾਂ ਦਾ ਕਿਸਾਨਾਂ ਦੇ ਨਾਲ ਬਹੁਤ ਹੀ ਇੱਕ ਗਹਿਰਾ ਸੰਬੰਧ। ਜੀ ਸੋ ਜਦੋਂ ਬਾਬਾ ਜੀ ਨੇ ਤਾਂ ਚਲੋ ਆਪਣਾ ਪੂਰਾ ਜੀਵਨ ਹੀ ਇਸ ਪੰਥ ਦੀ ਸੇਵਾ ਦੇ ਵਿੱਚ ਲਾ ਕੇ ਉਹਨੇ ਦੇਖਿਆ ਕਿ ਜਿਹੜੇ ਸ਼ਹਿਰਾਂ ਦੇ ਕਸਬਿਆਂ ਦੇ ਬੱਚੇ ਆ ਉਹ ਪੜ੍ਹਾਈ ਕਰ ਸਕਦੇ ਨੇ, ਪਰ ਜਿਹੜਾ ਇੱਕ ਰੂਰਲ ਇੰਡੀਆ ਪੰਜਾਬ ਦੇ ਵਿੱਚ ਪਿੰਡਾਂ ਦੇ ਬੱਚੇ ਆ, ਉਹਨਾਂ ਦੇ ਜੀ। ਲਈ ਅੱਗੇ ਤੋਂ ਅੱਗੇ ਜ਼ਮੀਨਾਂ ਘਟ ਰਹੀਆਂ, ਕਿਸਾਨਾਂ ਦੀ ਇਨਕਮ ਘਟ ਰਹੀਆਂ ਤੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਸਾਧਨ ਨਹੀਂ। ਸੋ ਉਹਨੇ ਇਹ ਇੱਕ ਬਹੁਤ ਹੀ ਵੱਡਾ ਉਪਰਾਲਾ, ਜੋ ਕਿ ਉਹਨਾਂ ਦਾ ਜੀਵਨ ਦਾ ਮਕਸਦ ਹੀ ਸੀਗਾ ਕਿ ਖਾਲਸਾ ਪੰਥ ਦੀ ਸੇਵਾ ਕਰਨੀ ਹੈ, ਗੁਰੂ ਪੰਥ ਨੂੰ ਸਮਰਪਿਤ ਜੀਵਨ ਦੇ ਵਿੱਚੋਂ ਜੋ ਸੋਚ ਲੈ ਕੇ ਉਹ ਆਏ, ਉਹ ਸੀਗਾ ਜੀ ਇਹ ਜਿਹੜੀਆਂ ਪਿੰਡਾਂ ਦੇ ਵਿੱਚ ਜਾ ਕੇ ਸਕੂਲ ਖੋਲ੍ਹਣੇ। ਜੀ ਦੇਖੋ, ਪਿੰਡਾਂ ਦੇ ਵਿੱਚ ਜਾ ਕੇ ਸਕੂਲ ਖੋਲ੍ਹਣੇ ਤੇ ਉੱਥੇ ਵੀ ਕੋਈ ਮੈਨੂੰ ਲੱਗਦਾ ਸਾਡੇ 1984 ਦੇ ਸੰਤਾਪ ਤੋਂ ਬਾਅਦ 88-89 ਦੇ ਵਿੱਚ ਇਹੋ ਸਕੂਲਾਂ ਦਾ ਸਿਲਸਿਲਾ ਸ਼ੁਰੂ ਹੋਇਆ। ਜੀ ਅੱਜ 129 ਸਕੂਲਾਂ ਦੇ ਵਿੱਚ 70,000 ਬੱਚਾ ਪੜ੍ਹਾਈ ਕਰ ਰਿਹਾ ਤੇ 129 ਵਿੱਚੋਂ 92 ਸਕੂਲ ਪੰਜਾਬ ਦੇ ਵਿੱਚ ਨੇ, ਬਾਕੀ ਪੰਜਾਬ, ਹਰਿਆਣਾ ਤੇ ਹੋਰ ਰਾਜਸਥਾਨ, ਯੂਪੀ ਦੇ ਵਿੱਚ ਨੇ। ਜਿਹੜੇ ਪੰਜਾਬ ਦੇ ਸਕੂਲ ਹੈ, ਬਾਬਾ ਜੀ ਵੀ ਦੇਖੋ ਉਹਨੀ ਰਿਟਾਇਰਮੈਂਟ ਤੋਂ ਬਾਅਦ ਇਹ ਮਿਸ਼ਨ ਸ਼ੁਰੂ ਕੀਤਾ ਤੇ 20-22 ਅਕੈਡਮੀਆਂ ਬਣਾ ਕੇ ਉਹਨੇ ਸੋਚਿਆ ਕਿ ਬਹੁਤ ਐਡਾ ਬੜਾ ਕਾਰਜ, ਜ਼ਿੰਮੇਵਾਰੀ ਸੰਭਾਲਣੀ ਬੜੀ ਔਖੀ ਹੈ। ਜੀ ਇਹੋ ਹੀ ਕਿਸਾਨ ਪਰਿਵਾਰ ਬਾਬਾ ਜੀ ਕੋਲ ਆਏ ਕਿ ਸਾਡੇ ਤਾਂ ਨਵੀਆਂ ਪੀੜ੍ਹੀਆਂ, ਜੋ ਸਾਡਾ ਅਗਲੀ ਜਨਰੇਸ਼ਨ ਹੈ, ਉਹਦਾ ਕੀ ਹਾਲ ਹੋਏਗਾ। ਬਹੁਤੇ ਬੱਚੇ ਨਸ਼ਿਆਂ ਵੱਲ ਨੂੰ ਜਾ ਰਹੇ ਨੇ, ਪੜ੍ਹਾਈ ਪਿੰਡਾਂ ਦੇ ਵਿੱਚ ਹੈ ਨਹੀਂ। ਤੇ ਇਹੋ ਹੀ ਕਿਸਾਨਾਂ ਨੇ ਆ ਕੇ ਬਾਬਾ ਜੀ ਕੋਲ ਬੇਨਤੀ ਕੀਤੀ ਤੇ ਬਾਬਾ ਜੀ ਨੇ ਇਹ ਵੀ ਆਫਰ ਕੀਤਾ ਕਿ ਤੁਹਾਨੂੰ ਜਿੰਨੀਆਂ ਜ਼ਮੀਨਾਂ ਚਾਹੀਦੀਆਂ ਸਕੂਲਾਂ ਵਾਸਤੇ ਅਸੀਂ ਦੇਵਾਂਗੇ। ਤੇ ਉਹਨੇ ਦਿੱਤੀਆਂ ਵੀ, ਜ਼ਮੀਨਾਂ ਵੀ ਦਿੱਤੀਆਂ। ਤੇ ਬਾਬਾ ਜੀ ਨੇ ਵੀ ਇੰਨਾ ਭਾਵੁਕ ਹੋ ਕੇ ਸਟੈਪ ਲਿਆ ਕਿ ਉਹ ਸਾਰੇ ਸੇਵਾਦਾਰਾਂ ਨੂੰ ਸੱਦ ਕੇ ਉਹਨੇ ਕਹਿ ਦਿੱਤਾ ਕਿ ਜੇ ਤੁਹਾਨੂੰ ਮੈਨੂੰ ਵੀ ਵੇਚ ਦਿਓ, ਪਰ ਜੇ ਸਕੂਲ ਜਿਹੜੇ ਆ ਕਿਸਾਨ ਮੰਗ ਕਰ ਰਹੇ ਆ ਇਹ ਪੂਰੀਆਂ ਕਰੋ, ਵੀ ਪਿੰਡਾਂ 'ਚ ਜਾ ਕੇ ਜਿੰਨੇ ਸਕੂਲ ਖੋਲ੍ਹ ਸਕਦੇ ਖੋਲ੍ਹੋ। ਫਿਰ 10 ਸਾਲਾਂ ਦੇ ਵਿੱਚ ਕੋਈ ਅਗਲਾ 100 ਸਕੂਲ ਖੁੱਲ੍ਹਿਆ, ਜਿਹੜਾ ਉਹ ਮੋਸਟਲੀ ਪਿੰਡਾਂ ਦੇ ਵਿੱਚ ਸਕੂਲ ਨੇ। ਜੀ ਉਹ ਪਿੰਡਾਂ ਦੇ ਵਿੱਚ ਸਕੂਲ ਦੇ ਵਿੱਚ ਜਿਹੜੀ ਵਿੱਦਿਆ ਵੀ ਉਹ ਹੈ ਕਿ ਜਿਹੜੀ ਕਿ ਸਿੱਖੀ ਨੂੰ ਮੁੜ ਚੜ੍ਹਦੀ ਕਲਾ ਬੁਲੰਦੀਆਂ ਵੱਲ ਲਿਜਾਣੀ ਵਾਲੀ ਵਿੱਦਿਆ ਹੈ। ਇਹਨਾਂ ਸਾਰੇ ਸਕੂਲਾਂ ਦੇ ਵਿੱਚ ਇਹ ਕੰਪਲਸਰੀ ਹੈ ਕਿ ਸਿੱਖੀ ਸਰੂਪ ਕੰਪਲਸਰੀ ਹੈ ਕਿ ਤੁਸੀਂ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਬੱਚੇ ਜਿੰਨੇ ਵੀ ਸਟੂਡੈਂਟ ਨੇ। ਦੂਸਰਾ, ਨਿਤਨੇਮ ਵੀ ਕੰਪਲਸਰੀ ਹੈ। ਸੋ ਇਹ ਜੋ ਵਿੱਦਿਆ ਹੈ, ਇਹਦੇ ਨਾਲ ਇਸ ਵੇਲੇ ਜਿੰਨੇ ਵੀ ਅਕੈਡਮੀਆਂ ਹੈਗੀਆਂ ਉਹ ਘੱਟੋ ਘੱਟ ਅੱਧਾ ਪੰਜਾਬ ਨੂੰ ਕਵਰ ਕਰ ਰਹੀਆਂ ਨੇ। ਜੀ ਤੋ ਜਿੱਥੇ ਅਸੀਂ ਨਵੇਂ ਸਾਲ ਦੀ ਗੱਲ ਕੀਤੀ ਹੈ, ਇੱਕ ਬਹੁਤ ਵੱਡਾ ਸੰਘਰਸ਼ ਦੀ ਗੱਲ ਕੀਤੀ ਹੈ, ਇੱਕ ਬਹੁਤ ਵੱਡਾ COVID-19 ਦਾ ਚੈਲੰਜ ਹੈ, ਇਹ ਸਾਰੀਆਂ ਮੁਸੀਬਤਾਂ ਤੋਂ ਕਲਗੀਧਰ ਟਰੱਸਟ ਨਹੀਂ ਬਚਿਆ, ਕਿਉਂਕਿ ਉਹ ਤੋਂ ਪਹਿਲਾਂ ਆਪਣੇ ਫਲੱਡਸ ਆਏ ਪੰਜਾਬ ਦੇ ਵਿੱਚ, ਉਹਦੇ 'ਚ ਵੀ ਘੱਟੋ ਘੱਟ 40-50 ਲੱਖ ਫੀਸਾਂ ਮਾਫ ਕੀਤੀਆਂ ਉਹਨਾਂ ਬੱਚਿਆਂ ਦੀਆਂ ਜਿਹੜੇ ਫਲੱਡ ਅਫੈਕਟਡ ਏਰੀਆ 'ਚ ਸੀਗੀਆਂ। ਉਹ ਤੋਂ ਬਾਅਦ COVID-19 ਨਾਲ ਸਕੂਲ ਬੰਦ ਹੋਏ ਤੇ ਉਹਦੇ 'ਚ ਵੀ ਆਨਲਾਈਨ ਕਲਾਸਾਂ ਕਰਕੇ ਸਾਰੀ ਵਿੱਦਿਆ ਜਾਰੀ ਰੱਖੀ। ਜੀ ਕਿਸਾਨ ਸੰਘਰਸ਼ ਦੇ ਵਿੱਚ ਵੀ ਐਲਾਨ ਕੀਤਾ ਹੈ ਕਿ ਜਿੰਨੇ ਵੀ ਐਵਰੇਜ, ਜਦੋਂ ਦਾ ਇਹ ਸੰਘਰਸ਼ ਸ਼ੁਰੂ ਹੋਇਆ, ਮੈਨੂੰ ਲੱਗਦਾ ਹਰ ਰੋਜ਼ ਇੱਕ ਕਿਸਾਨ ਐਵਰੇਜ ਕੋਈ 30 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਜੀ ਜਿਹੜੇ ਕਿਸਾਨ ਇਸ ਸੰਘਰਸ਼ ਵਿੱਚ ਸ਼ਹੀਦੀ ਪਾ ਗਏ, ਉਹਨਾਂ ਦੇ ਪਰਿਵਾਰਾਂ ਦੇ ਜਿਹੜੇ ਬੱਚੇ ਨੇ, ਉਹਨਾਂ ਦੀ 12 ਸਾਲ ਦੀ ਐਜੂਕੇਸ਼ਨ ਕਲਗੀਧਰ ਟਰੱਸਟ ਨੇ ਜ਼ਿੰਮੇਵਾਰੀ ਲਈ ਹੈ ਕਿ ਉਹ ਅਸੀਂ ਫ੍ਰੀ ਕਰਾਵਾਂਗੇ, ਕੋਈ ਕਾਸਟ ਨਹੀਂ ਹੋਏਗੀ ਉਹਦੀ। ਜੀ ਤੇ ਨਾਲ ਹੀ ਨਾਲ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਜਿੱਥੇ ਵੀ ਆਪਣੇ ਅਕੈਡਮੀਆਂ ਦੇ ਵਿੱਚ, ਆਪਣੀ ਸੰਸਥਾ ਵਿੱਚ ਜਿਹੜੀ ਵੀ ਯੋਗ ਕੋਈ ਵੀ ਉਹਨਾਂ ਨੂੰ ਕੰਮਕਾਰ ਜਾਂ ਐਮਪਲੋਇਮੈਂਟ ਦੇ ਸਕਦੇ ਨੇ, ਉਹ ਜ਼ਰੂਰ ਦੇਣਗੇ। ਸੋ ਸਾਡਾ ਸੰਗਤਾਂ ਅੱਗੇ ਉਹੀ ਬੇਨਤੀ ਹੈ ਕਿ ਠੀਕ ਹੈ, ਅਸੀਂ ਨਿਊ ਈਅਰ ਰੈਜ਼ੋਲੂਸ਼ਨ ਸਾਰਿਆਂ ਨੇ ਬਣਾਉਣੇ ਹਨ, ਪਰ ਅੱਜ ਕੱਲ੍ਹ ਜੋ ਵਿੱਦਿਆ ਹੈ, ਸਹੀ ਵਿੱਦਿਆ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲ ਦਿੱਤੀ ਗਈ ਹੋਵੇ, ਇਸ ਤਰ੍ਹਾਂ ਦੀ ਵਿੱਦਿਆ ਬਹੁਤ ਹੀ ਰੇਅਰ ਹੈ ਪੰਜਾਬ ਦੇ ਵਿੱਚ। ਇਹੋ ਕਲਗੀਧਰ ਟਰੱਸਟ ਦਾ ਬਹੁਤ ਹੀ ਇੱਕ ਮਹੱਤਵਪੂਰਨ ਟੀਚਾ ਹੈ। ਸੋ ਨਿਊ ਈਅਰ ਰੈਜ਼ੋਲੂਸ਼ਨ ਦੇ ਵਿੱਚ ਅਸੀਂ ਸੰਗਤਾਂ ਕੋਲ ਬੇਨਤੀ ਕਰਦੇ ਹਾਂ ਕਿ ਉਹ ਕਿਸਾਨ ਪਰਿਵਾਰਾਂ ਦੇ ਬੱਚੇ ਜਿਹੜੇ ਫੀਸਾਂ ਨਹੀਂ ਦੇ ਸਕਦੇ, ਅਸੀਂ ਕੋਸ਼ਿਸ਼ ਕਰੀਏ ਕਿ ਉਹ ਸਕੂਲਾਂ ਤੋਂ ਵਾਂਝੇ ਨਾ ਰਹਿ ਜਾਣ, ਵਿੱਦਿਆ ਤੋਂ ਵਾਂਝੇ ਨਾ ਰਹਿ ਜਾਣ। ਸੋ ਸਾਡਾ ਰੀਬੂਟ ਪੰਜਾਬ ਜਿਹੜਾ ਪ੍ਰੋਗਰਾਮ ਹੈ, ਇਹਦਾ ਮਕਸਦ ਇਹੋ ਹੀ ਹੁੰਦਾ ਕਿ ਅਸੀਂ ਅਪੀਲ ਕਰਦੇ ਹਾਂ ਜਿਹੜੇ ਆਪਣੇ NRI ਪਰਿਵਾਰ ਪੰਜਾਬ ਤੋਂ ਬਾਹਰ ਨੇ
ਕਿ ਘੱਟੋ ਘੱਟ ਇੱਕ ਬੱਚੇ ਦੀ ਵਿੱਦਿਆ ਦਾ ਉਹ ਸਪਾਂਸਰਸ਼ਿਪ ਜ਼ਰੂਰ ਲੈਣ, ਜੀ ਤਾਂ ਕਿ ਅਸੀਂ ਜਿਹੜਾ ਮੈਸੇਜ ਵਨਨੈਸ ਅਸੀਂ ਰਿਪੀਟ ਕੀਤਾ ਸੀ ਕਿ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਇਹ ਜਿਹੜਾ ਹਾਂਜੀ ਹੈ ਇਸ ਵੀਕ ਦੇ ਵਿੱਚ ਅਸੀਂ ਜੇ ਕੋਈ ਵੀ ਪੁੰਨ ਖੱਟਣਾ ਚਾਹੁੰਦੇ ਆ ਤਾਂ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਕਿ ਜਿੱਥੇ ਇੱਕ ਪਾਸੇ ਕਿਸਾਨ ਉਸ ਸੰਘਰਸ਼ ਦੇ ਵਿੱਚ ਆਪਣੇ ਘਰ-ਬਾਰ ਛੱਡ ਕੇ ਇਸ ਤਰ੍ਹਾਂ ਦੀ ਠੰਡ ਵਿੱਚ ਬੈਠੇ ਨੇ, ਉੱਥੇ ਹੀ ਆਪਣੇ ਦਸ਼ਮ ਪਿਤਾ ਜੀ ਦਾ ਜੋ ਮੈਸੇਜ ਵਨਨੈਸ ਦਾ ਮੈਸੇਜ, ਗੁਰੂ ਨਾਨਕ ਦੇਵ ਜੀ ਦਾ ਵਨਨੈਸ ਦਾ ਮੈਸੇਜ ਹੈ ਕਿ ਸਾਡੇ ਇਸ ਵੇਲੇ ਲੱਖਾਂ ਬੱਚੇ ਨੇ ਜਿਹੜੇ ਕਿ ਸਕੂਲ ਨਹੀਂ ਜਾ ਸਕਦੇ ਕਿਉਂਕਿ ਸਰਕਾਰ ਦੀ ਕੋਈ ਮਦਦ ਨਹੀਂ, ਫੀਸਾਂ ਤੋਂ ਬਿਨਾਂ ਸਕੂਲ। ਹੁਣ ਜਿਸ ਤਰ੍ਹਾਂ ਕਲਗੀਧਰ ਟਰੱਸਟ ਦੇ ਵੀ ਜਿੰਨੇ ਵੀ ਸਕੂਲ ਨੇ 70,000 ਬੱਚਿਆਂ ਦੇ ਵਿੱਚੋਂ ਘੱਟੋ ਘੱਟ 28,000 ਬੱਚੇ ਐਸੇ ਨੇ ਜਿਨ੍ਹਾਂ ਦੀ ਜਾਂ ਪੂਰੀ ਜਾਂ ਅੱਧੀ ਜਾਂ ਜਿੰਨੀ ਵੀ ਉਹਨਾਂ ਦੀ ਫੀਸ ਮਾਫ ਕਰ ਸਕਦੇ ਉਹ ਕੀਤੀ ਹੋਈ ਹੈ। ਸੋ ਸੰਸਥਾ ਜਿਹੜੀ ਸੰਸਥਾ ਐਂਟਾਇਰਲੀ ਕਿਸਾਨਾਂ ਦੀਆਂ ਡੋਨੇਸ਼ਨਾਂ ਦੇ ਉੱਤੇ ਡਿਪੈਂਡੈਂਟ ਹੈ, ਕਿਸਾਨਾਂ ਨੇ ਜ਼ਮੀਨਾਂ ਦੇ ਦਿੱਤੀਆਂ, ਫਿਰ ਸੰਸਥਾ ਡੋਨੇਸ਼ਨਾਂ ਦਿੱਤੀਆਂ, ਸੋ ਜਿੰਨਾ ਵੀ ਹੋ ਸਕਦੇ ਉਹ ਕਰੀ ਜਾ ਰਹੇ ਨੇ। ਪਰ ਜਿਹੜੀ ਮੁਸੀਬਤ ਇਸ ਵੇਲੇ ਹੈ ਕਿ ਬੱਚੇ ਜਿਹੜੇ ਕਿਊ ਦੇ ਵਿੱਚ ਵੇਟ ਕਰ ਰਹੇ ਨੇ ਉਹ ਬਹੁਤ ਜ਼ਿਆਦਾ ਨੇ। ਸੋ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਘੱਟੋ ਘੱਟ ਇੱਕ ਬੱਚੇ ਦੀ ਐਜੂਕੇਸ਼ਨ ਜਿਹੜੀ ਕਿ 30 ਪਾਉਂਡ ਮਹੀਨੇ ਦਾ ਕੋਸਟ ਹੈ, ਉਹ ਤੁਸੀਂ ਸਾਡੇ ਜੋ ਵੀ ਸਕਰੀਨ ਤੇ ਨੰਬਰ ਆਇਆ ਕੰਟੈਕਟ ਕਰਕੇ ਉਹ ਜ਼ਰੂਰ ਉਹਦੇ ਵਿੱਚ ਹਿੱਸਾ ਪਾਵੋ ਤੇ ਗੋਬਿੰਦ ਸਿੰਘ ਆਪਣੇ ਦਸ਼ਮ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਤੇ ਇਹ ਜਿਹੜਾ ਮੈਸੇਜ ਵਨਨੈਸ ਹੈ ਤੇ ਸਰਬੱਤ ਦੇ ਭਲੇ ਦਾ ਮੈਸੇਜ ਹੈ, ਇਹਦੇ ਚ ਬਰਕਤ ਬਹੁਤ ਹੈ। ਕਰਕੇ ਦੇਖੋ, ਇਹਦੇ ਚ ਪਾਰਟਿਸਿਪੇਟ ਕਰਕੇ ਦੇਖੋ, ਤੁਹਾਨੂੰ ਬਿਲਕੁਲ ਬੱਚੇ ਦੀ ਪੂਰੀ ਡਿਟੇਲ, ਕਿਹੜਾ ਪਿੰਡ ਕਿਹੜੇ ਸਕੂਲ ਵਿੱਚ ਜਾ ਰਿਹਾ, ਤੇ ਜਿੰਨਾ ਤੁਸੀਂ ਵੱਧ ਚੜ ਕੇ ਹਿੱਸਾ ਪਾਓਗੇ ਤੇ ਉਨਾ ਹੀ ਬਾਬਾ ਜੀ ਵੱਲੋਂ ਪ੍ਰੋਮਿਸ ਹੈ ਕਿ ਅਸੀਂ ਤੁਸੀਂ ਜੇ 1000 ਬੱਚਾ ਸਪਾਂਸਰ ਕਰੋਗੇ ਤਾਂ ਅਸੀਂ ਸਾਨੂੰ ਜਿੰਨਾ ਵੀ ਸਕੂਲ ਜਿੰਨੀ ਜਲਦੀ ਨਵੇਂ ਸਕੂਲ ਖੋਲ੍ਹਣੇ ਪਏ ਖੋਲਾਂਗੇ। ਤੇ ਸਾਨੂੰ ਕਿਉਂਕਿ ਇਸ ਫੰਡਸ ਦੀ ਸ਼ਾਰਟੇਜ ਕਰਕੇ ਹੀ ਸਾਡਾ ਜਿਹੜਾ ਮਿਸ਼ਨ ਹੈ ਉਹ ਜਿੰਨੀ ਜਿਸ ਸਪੀਡ ਨਾਲ ਵਧਣਾ ਚਾਹੀਦਾ ਉਹ ਨਹੀਂ ਵਧ ਰਿਹਾ। ਤੋ NRI ਦੇ ਵਿੱਚ ਕੋਈ ਪੈਸੇ ਦੀ ਕਮੀ ਨਹੀਂ ਹੈ, ਪਰ ਇਹ ਜ਼ਰੂਰ ਸਾਨੂੰ ਫੀਲ ਹੋ ਰਿਹਾ ਕਿ ਸੋਚ ਦੀ ਕਮੀ ਜ਼ਰੂਰ ਹੈ ਕਿ ਇਹ ਬੜੀ ਜੁਝਾਰੂ ਕੌਮ ਦੇ ਬੱਚੇ 3 ਤੋਂ 5 ਸਾਲ ਦੀ ਉਮਰ ਦੇ ਬੱਚੇ ਲੱਖਾਂ ਦੀ ਗਿਣਤੀ ਦੇ ਵਿੱਚ ਬਾਹਰ ਬੈਠੇ ਹੁਣ ਜਿਹੜੇ ਸਕੂਲਾਂ 'ਚ ਨਹੀਂ ਜਾ ਸਕਦੇ। ਸੋ ਇਹ ਸ਼ਬਦ ਗੁਰੂ ਦਾ ਪ੍ਰਚਾਰ ਵਿਦਿਆ ਤੋਂ ਬਿਨਾਂ ਨਹੀਂ ਹੋ ਸਕਦਾ। ਸੋ ਉਹ ਵੀ ਵਿਦਿਆ ਜਿਹੜੀ ਅਧਿਆਤਮਕ ਵਿਦਿਆ, ਸਪਿਰਿਚੁਅਲ ਐਜੂਕੇਸ਼ਨ ਆਪਣੀ ਐਕੈਡੈਮਿਕ ਐਜੂਕੇਸ਼ਨ ਦੇ ਨਾਲ ਕੰਬਾਈਨ ਕਰਕੇ, ਜੋ ਕਿ ਸਕੂਲਾਂ ਦੇ ਰਿਜ਼ਲਟ ਵੀ ਇੰਨੇ ਵਧੀਆ ਆ ਰਹੇ ਨੇ, ਸ਼ਹਿਰਾਂ ਦੇ ਸਕੂਲਾਂ ਨਾਲ ਕੰਪਲੀਟ ਕਰ ਰਹੇ ਨੇ, ਮੈਰਿਟ 'ਚ ਜਾ ਰਹੇ ਨੇ। ਸੋ ਵਿਦਿਆ ਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਪਾਈਏ ਤੇ ਨਵੇਂ ਸਾਲ ਦੇ ਵਿੱਚ ਅਸੀਂ ਇਹ ਰੈਜ਼ੋਲੂਸ਼ਨ ਪਾਸ ਕਰੀਏ ਕਿ ਅਸੀਂ ਇੱਕ ਬੱਚੇ ਦੀ ਸਪਾਂਸਰਸ਼ਿਪ ਜ਼ਰੂਰ ਲੈਣੀ ਹੈ। ਉਸ ਦੀ ਪ੍ਰੋਗਰੈਸ ਰਿਪੋਰਟ ਸਾਰੀ ਇਨਫੋਰਮੇਸ਼ਨ ਤੁਹਾਡੇ ਕੋਲ ਆਏਗੀ। ਕਦੀ ਵੀ ਜਾ ਕੇ ਆਪ ਉਸ ਬੱਚੇ ਦੀ ਫੈਮਿਲੀ ਅਸੀਂ ਹੋਰ ਟ੍ਰਾਂਸਪੇਰੈਂਸੀ ਤੇ ਨਹੀਂ ਕਰ ਸਕਦੇ। ਸੋ ਫਿਰ ਬੇਨਤੀ ਹੈ ਕਿ ਇਸ ਜਿਹੜੀ ਸੇਵਾ ਦਾ ਕੁੰਭ ਹੈ ਇਹਦੇ ਵਿੱਚ ਹਰ ਇੱਕ NRI ਆਪਣਾ ਹਿੱਸਾ ਜ਼ਰੂਰ ਪਾਵੇ ਜੀ। ਬਿਲਕੁਲ ਜੀ, ਧੰਨਵਾਦ ਜੀ ਅਟਵਾਲ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਇੰਨੇ ਸੋਹਣੇ ਵਿਚਾਰ ਦਿੱਤੇ ਤੇ ਤੁਸੀਂ ਸੰਗਤਾਂ ਨੂੰ 2021 ਦਾ ਜਿਹੜਾ ਅੱਗੇ ਰੈਜ਼ੋਲੂਸ਼ਨ ਹੈਗਾ ਤੁਸੀਂ ਉਹ ਵੀ ਅਪੀਲ ਕਰ ਦਿੱਤੀ ਹੈਗੀ ਹੈ ਕਿ ਸਭ ਤੋਂ ਬੈਸਟ ਇਹੀ ਹੈ ਕਿ ਕਿਸੇ ਬੱਚੇ ਦਾ ਜੀਵਨ ਬਣਾ ਦਿੱਤਾ ਜਾਵੇ। ਸੋ ਦੋਸਤੋ, ਸਭ ਤੋਂ ਪਹਿਲਾਂ ਤਾਂ ਅਸੀਂ ਉਹ ਦੇਖਣਾ ਚਾਹਾਂਗੇ ਜਿੱਥੇ ਕਿ ਅਟਵਾਲ ਜੀ ਨੇ ਦੱਸਿਆ ਕਿ ਕਲਗੀਧਰ ਟਰੱਸਟ ਨੇ ਬੜੂ ਸਾਹਿਬ ਨੇ ਇਹ ਅਨਾਊਂਸਮੈਂਟ ਕੀਤੀ ਹੈ, ਐਲਾਨ ਕੀਤਾ ਹੈ ਕਿ ਜਿਹੜੇ ਵੀ ਕਿਸਾਨ ਪਰਿਵਾਰ ਜਿਹੜੇ ਜਿਨ੍ਹਾਂ ਦੇ ਵਿੱਚ ਕੋਈ ਛੋਟੇ ਬੱਚੇ ਹੋਣਗੇ ਉਹਨਾਂ ਦੀ ਐਜੂਕੇਸ਼ਨ ਦਾ ਜ਼ਿੰਮਾ ਕਲਗੀਧਰ ਟਰੱਸਟ ਲਏਗਾ। ਤੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਬੱਚੇ ਨਹੀਂ ਹੈਗੇ ਨੇ, ਐਡਲਟ ਹੈਗੇ ਨੇ, ਜੇ ਤਾਂ ਉਹ ਐਜੂਕੇਟਡ ਹੈਗੇ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਮੁਤਾਬਿਕ ਜੋਬ ਦਿੱਤੀ ਜਾਏਗੀ, ਨਹੀਂ ਤਾਂ ਉਹਨੂੰ ਟ੍ਰੇਨ ਕਰਕੇ ਜੋਬ ਦਿੱਤੀ ਜਾਏਗੀ। ਆਓ ਸਭ ਤੋਂ ਪਹਿਲਾਂ ਅਸੀਂ ਉਹ ਜਿਹੜਾ ਉਹ ਕਲਿੱਪ ਹੈਗਾ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ ਉਹ ਦੇਖਦੇ ਹਾਂ। ਜਿਹੜੇ ਇਸ ਕਿਸਾਨੀ ਸੰਘਰਸ਼ ਦੇ ਸ਼ਹੀਦ ਨੇ ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਕਲਗੀਧਰ ਟਰੱਸਟ ਬੜੂ ਸਾਹਿਬ ਦੀਆਂ ਸਾਰੀਆਂ ਅਕੈਡਮੀਆਂ, ਦੁਬਾਰਾ ਫਿਰ ਬੇਨਤੀ ਕਰਾਂ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦੀਆਂ ਸਾਰੀਆਂ ਅਕੈਡਮੀਆਂ ਉਹ ਪੰਜਾਬ ਤੇ ਹਰਿਆਣਾ 'ਚ ਚੱਲ ਰਹੀਆਂ ਨੇ ਜਾਂ ਜਿੱਥੇ ਹੋਰ ਵੀ ਚੱਲ ਰਹੀਆਂ ਨੇ, ਉਹਨਾਂ ਸਾਰੀਆਂ ਅਕੈਡਮੀਆਂ ਦੇ ਵਿੱਚ ਟਰੱਸਟ ਵੱਲੋਂ +2 ਤੱਕ ਮੁਫਤ ਵਿਦਿਆ ਜਿਹੜੀ ਆ ਉਹ ਦਿੱਤੀ ਜਾਵੇਗੀ। ਅਗਲੀ ਗੱਲ ਇਸ ਤੋਂ ਵੀ ਵੱਡੀ, ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਉਸ
ਯੋਗਤਾ ਦੇ ਆਧਾਰ ਦੇ ਉੱਤੇ ਇੱਕ ਘਰ ਦਾ ਇੱਕ ਮੈਂਬਰ ਉਹਨੂੰ ਯੋਗਤਾ ਦੇ ਆਧਾਰ ਤੇ ਨੌਕਰੀ ਵੀ ਦਿੱਤੀ ਜਾਏਗੀ। ਇਸ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ ਦੇ ਵਿਰੁੱਧ ਉਹਨਾਂ ਨੂੰ ਰੱਦ ਕਰਾਉਣ ਲਈ ਸ਼ਹਾਦਤਾਂ ਦੇ ਗਏ ਨੇ। ਉਹਨਾਂ ਦੇ ਪਰਿਵਾਰਾਂ ਵਾਸਤੇ ਤੁਸੀਂ ਕੀ ਕਰ ਰਹੇ ਹੋ? ਅਸੀਂ ਤਾਂ ਕੀ ਕਰਨਾ ਆਪਣੇ ਕੋਲ, ਕਿਉਂਕਿ ਜੇ ਅਸੀਂ ਆਪ ਹੀ ਕਰਨ ਜੋਗੇ ਹੁੰਦੇ ਤਾਂ ਅਸੀਂ ਇੱਥੇ ਇੰਨੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੇ ਸੰਘਰਸ਼ ਕਿਉਂ ਕਰਦੇ। ਸੋ ਇਹ ਸਾਰਾ ਕਾਜ ਆਪਣੇ ਆਪ ਸੰਸਥਾਵਾਂ ਕਰ ਰਹੀਆਂ ਹਨ ਅਤੇ ਮਾਇਆ ਵੀ ਦੇਸ਼ ਵਿਦੇਸ਼ ਤੋਂ ਦਾਨੀ ਸੱਜਣ ਕਰ ਰਹੇ ਨੇ, ਜੋ ਕਿ ਇਹ ਮਾਇਆ ਇੱਥੇ ਤੁਸੀਂ ਦੇ ਰਹੇ ਹੋ। ਇਸ ਮਾਇਆ ਦੇ ਵਿੱਚੋਂ ਜਿਹੜੇ ਖਰਚੇ ਹਨ ਉਹਨਾਂ ਖਰਚਿਆਂ ਤੋਂ ਬਗੈਰ ਜਿੰਨੀ ਵੀ ਮਾਇਆ ਬਚੇਗੀ ਉਹ ਵੀ ਸ਼ਹੀਦ ਪਰਿਵਾਰਾਂ ਦੇ ਵਿੱਚ ਵੰਡੀ ਜਾਵੇਗੀ। ਇਸੇ ਤਰ੍ਹਾਂ ਉਸੇ ਹੀ ਲਾਈਨ ਤੇ ਚੱਲਦਿਆਂ ਹੋਇਆ ਉਸ ਸਿਧਾਂਤ ਦੇ ਮੁਤਾਬਕ ਅੱਜ ਦੇ ਜਿਹੜੇ ਸ਼ਹੀਦ ਹੋ ਰਹੇ ਨੇ ਉਹਨਾਂ ਨੂੰ ਵੀ ਉਹ ਇਸੇ ਤਰ੍ਹਾਂ ਦਾ ਹੀ ਮਾਣ ਸਨਮਾਨ ਬਖਸ਼ਣਗੇ। ਇੱਕ ਬੇਨਤੀ ਇਹ ਵੀ ਹੈ ਕਿ ਰਾਤੀ ਮੈਨੂੰ ਫੋਨ ਜਾ ਰਹੇ ਸੀ ਕਿ ਕੁਝ ਬੱਚੇ ਜਿਹੜੇ ਨਵੇਂ ਆਉਂਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ, ਉਹ ਆ ਕੇ ਜਦੋਂ ਰਾਤ ਇੱਧਰ ਘੁੰਮਦੇ ਫਿਰਦੇ ਆ ਤੇ ਉਹ ਆਪਣੇ ਟਰੈਕਟਰਾਂ ਦੇ ਉੱਤੇ ਜਿਹੜੇ ਉਹ ਡੈਕ ਚੱਲਦੇ ਨੇ। ਮੇਰੀ ਨਿਮਰਤਾ ਸਹਿਤ ਬੇਨਤੀ ਹੈ ਵਲੰਟੀਅਰਾਂ ਨੂੰ ਵੀ, ਪਹਿਰੇਦਾਰਾਂ ਸਾਰਿਆਂ ਨੂੰ, ਤੇ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਜਿੰਨੇ ਵੀ ਲੋਕ ਤੁਸੀਂ ਇੱਥੇ ਆਏ ਹੋ, ਸਾਡਾ ਸੀਸ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਝੁਕਦਾ। ਪਰ ਇੱਕ ਕੰਮ ਕਰੋ, ਤੁਸੀਂ ਸਾਰੇ ਆਪਣੇ ਆਪ ਨੂੰ ਇਸ ਕਿਸਾਨੀ ਸੰਘਰਸ਼ ਦੇ ਆਗੂ ਸਮਝੋ। ਬਹੁਤ ਹੀ ਮਾਣ ਤੇ ਸਤਿਕਾਰ ਦੇ ਯੋਗ ਸਿੰਘੂ ਬਾਰਡਰ, ਜਿਹਨੂੰ ਕਿ ਕੁੰਡਲੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਸ ਬਾਰਡਰ ਦੇ ਉੱਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਜੋ ਖੇਤੀ ਕਾਨੂੰਨ ਲਿਆਂਦੇ ਗਏ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅਤੇ MSP ਪੂਰੇ ਭਾਰਤ 'ਚ ਲਾਗੂ ਕਰਾਉਣ ਲਈ ਕਰੀਬ ਮਹੀਨੇ ਤੋਂ ਇੱਥੇ ਬੈਠੇ ਸਮੂਹ ਕਿਸਾਨ ਵੀਰੋ, ਸਤਿਕਾਰਯੋਗ ਭੈਣਾਂ ਤੇ ਬੱਚਿਓ ਅਤੇ ਇਸ ਸੰਘਰਸ਼ ਦੇ ਵਿੱਚ ਕੱਲ ਤੋਂ ਬੈਠੇ ਹੋਏ ਭੁੱਖ ਹੜਤਾਲ ਤੇ ਸਮੂਹ ਆਗੂ ਸਾਹਿਬਾਨ ਅਤੇ ਜਿਹੜੇ ਅੱਜ ਨਵੇਂ ਇੱਥੇ 11 ਆਗੂ ਸਾਹਿਬਾਨ ਭੁੱਖ ਹੜਤਾਲ ਤੇ ਬੈਠਣ ਜਾ ਰਹੇ ਨੇ, ਸਭ ਨੂੰ ਫਤਿਹ ਅਰਜ਼ ਕਰਦਾ। ਬੁਲਾਓ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤ ਸੰਗਤ, ਮੈਂ ਆਪ ਜੀਆਂ ਦੇ ਆਪਣੇ ਵਿੱਚ ਜ਼ਿਆਦਾ ਸਮਾਂ ਨਹੀਂ ਲੈਣਾ। ਮੈਂ ਕੇਵਲ ਤੁਹਾਨੂੰ ਇੱਕ ਸੂਚਨਾ ਦੇਣੀ ਹੈ। ਉਹ ਸੂਚਨਾ ਇਹ ਹੈ ਕਿ ਸਾਡੇ ਇਸ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਘਰਾਂ ਦੇ ਜ਼ਿੰਮੇਵਾਰ ਇਸ ਸੰਸਾਰ ਤੋਂ ਅਲਵਿਦਾ ਕਹਿ ਕੇ ਚਲੇ ਗਏ ਨੇ, ਜਿਹੜੇ ਇਸ ਕਿਸਾਨੀ ਸੰਘਰਸ਼ ਦੇ ਸ਼ਹੀਦ ਨੇ, ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਕਲਗੀਧਰ ਟਰੱਸਟ ਬੜੂ ਸਾਹਿਬ ਦੀਆਂ ਸਾਰੀਆਂ ਅਕੈਡਮੀਆਂ, ਦੁਬਾਰਾ ਫਿਰ ਬੇਨਤੀ ਕਰਾਂ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦੀਆਂ ਸਾਰੀਆਂ ਅਕੈਡਮੀਆਂ ਉਹ ਪੰਜਾਬ ਤੇ ਹਰਿਆਣਾ 'ਚ ਚੱਲ ਰਹੀਆਂ ਨੇ ਜਾਂ ਜਿੱਥੇ ਹੋਰ ਵੀ ਚੱਲ ਰਹੀਆਂ ਨੇ, ਉਹਨਾਂ ਸਾਰੀਆਂ ਅਕੈਡਮੀਆਂ ਦੇ ਵਿੱਚ ਟਰੱਸਟ ਵੱਲੋਂ +2 ਤੱਕ ਮੁਫਤ ਵਿਦਿਆ ਜਿਹੜੀ ਆ ਉਹ ਦਿੱਤੀ ਜਾਵੇਗੀ। ਅਗਲੀ ਗੱਲ ਇਸ ਤੋਂ ਵੀ ਵੱਡੀ, ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਉਸ
ਯੋਗਤਾ ਦੇ ਆਧਾਰ ਦੇ ਉੱਤੇ ਇੱਕ ਘਰ ਦਾ ਇੱਕ ਮੈਂਬਰ ਉਹਨੂੰ ਯੋਗਤਾ ਦੇ ਆਧਾਰ ਤੇ ਨੌਕਰੀ ਵੀ ਦਿੱਤੀ ਜਾਏਗੀ ਬੜੂ ਸਾਹਿਬ ਅਕਾਲ ਅਕੈਡਮੀ ਵੱਲੋਂ। ਸੋ ਸਾਨੂੰ ਬਹੁਤ ਸਾਰੇ ਲੋਕ ਇਹ ਗੱਲ ਪੁੱਛਦੇ ਹਨ ਕਿ ਜਿਹੜੇ ਕਿਸਾਨ ਇਸ ਸੰਘਰਸ਼ ਦੇ ਵਿੱਚ ਇਸ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ ਦੇ ਵਿਰੁੱਧ ਉਹਨਾਂ ਨੂੰ ਰੱਦ ਕਰਾਉਣ ਲਈ ਸ਼ਹਾਦਤਾਂ ਦੇ ਗਏ ਨੇ, ਉਹਨਾਂ ਦੇ ਪਰਿਵਾਰਾਂ ਵਾਸਤੇ ਤੁਸੀਂ ਕੀ ਕਰ ਰਹੇ ਹੋ? ਅਸੀਂ ਤਾਂ ਕੀ ਕਰਨਾ ਆਪਣੇ ਕੋਲੋਂ, ਕਿਉਂਕਿ ਜੇ ਅਸੀਂ ਆਪ ਹੀ ਕਰਨ ਜੋਗੇ ਹੁੰਦੇ ਤਾਂ ਅਸੀਂ ਇੱਥੇ ਇੰਨੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੇ ਸੰਘਰਸ਼ ਕਿਉਂ ਕਰਦੇ। ਸੋ ਇਹ ਸਾਰਾ ਕਾਜ ਆਪਣੇ ਆਪ ਸੰਸਥਾਵਾਂ ਕਰ ਰਹੀਆਂ ਹਨ ਅਤੇ ਮਾਇਆ ਵੀ ਦੇਸ਼ ਵਿਦੇਸ਼ ਤੋਂ ਦਾਨੀ ਸੱਜਣ ਕਰ ਰਹੇ ਨੇ, ਜੋ ਕਿ ਇਹ ਮਾਇਆ ਇੱਥੇ ਤੁਸੀਂ ਦੇ ਰਹੇ ਹੋ। ਇਸ ਮਾਇਆ ਦੇ ਵਿੱਚੋਂ ਜਿਹੜੇ ਖਰਚੇ ਹਨ ਉਹਨਾਂ ਖਰਚਿਆਂ ਤੋਂ ਬਗੈਰ ਜਿੰਨੀ ਵੀ ਮਾਇਆ ਬਚੇਗੀ ਉਹ ਵੀ ਸ਼ਹੀਦ ਪਰਿਵਾਰਾਂ ਦੇ ਵਿੱਚ ਵੰਡੀ ਜਾਵੇਗੀ ਅਤੇ ਇਸ ਦੇ ਨਾਲ ਬਹੁਤ ਸਾਰੇ NIR ਵੀਰ ਦਾਨੀ ਸੱਜਣ ਆਪਣੇ ਆਪਣੇ ਢੰਗ ਨਾਲ ਉਹਨਾਂ ਪਰਿਵਾਰਾਂ ਦੇ ਪਰਵਰਿਸ਼ ਕਰ ਰਹੇ ਨੇ, ਉਹਨਾਂ ਨੂੰ ਸਹਾਇਤਾ ਦੇ ਰਹੇ ਨੇ। ਸੋ ਬੜੂ ਸਾਹਿਬ ਅਕਾਲ ਅਕੈਡਮੀ ਵੱਲੋਂ ਪਹਿਲਾਂ ਤੋਂ ਵੀ ਇਸ ਤਰ੍ਹਾਂ ਦਾ ਹੁੰਦਾ ਆ ਰਿਹਾ ਕਿ ਜਿਹੜੇ ਕਿਸਾਨ ਵੀਰ ਆਰਥਿਕ ਤੰਗੀ ਦੇ ਕਾਰਨ ਆਤਮ ਹੱਤਿਆਵਾਂ ਕਰ ਗਏ, ਉਹਨਾਂ ਦੇ ਬੱਚਿਆਂ ਨੂੰ ਵੀ ਮੁਫਤ ਵਿੱਦਿਆ ਜਿਹੜੀ ਆ ਉਹ ਦਿੱਤੀ ਜਾ ਰਹੀ ਆ। ਇਸੇ ਤਰ੍ਹਾਂ ਉਸੇ ਹੀ ਲਾਈਨ ਤੇ ਚੱਲਦਿਆਂ ਹੋਇਆਂ ਉਸ ਸਿਧਾਂਤ ਦੇ ਮੁਤਾਬਕ ਅੱਜ ਦੇ ਜਿਹੜੇ ਸ਼ਹੀਦ ਹੋ ਰਹੇ ਨੇ ਉਹਨਾਂ ਨੂੰ ਵੀ ਉਹ ਇਸੇ ਤਰ੍ਹਾਂ ਦਾ ਹੀ ਮਾਣ ਸਨਮਾਨ ਬਖਸ਼ਣਗੇ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਇਸ ਸਟੇਜ ਤੋਂ ਕਿ ਜਿਹੜੇ ਸਾਡੇ ਨੌਜਵਾਨ ਰਾਤ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਪਹਿਰੇਦਾਰ ਦੀ ਸੇਵਾ ਨਿਭਾ ਰਹੇ ਨੇ, ਉਹ ਕਿਸ ਤਰ੍ਹਾਂ ਰਾਤ ਦੇ ਸਮੇਂ ਜੇ ਕੋਈ ਟ੍ਰੈਫਿਕ ਜਾਮ ਹੋ ਜਾਵੇ ਉਹਨੂੰ ਖਿਲਾਉਣ ਵਾਸਤੇ ਜਾਂ ਹੋਰ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਉਹਨਾਂ ਦੇ ਸਾਹਮਣੇ ਕੋਈ ਮੁਸ਼ਕਲ ਆਉਂਦੀ ਆ, ਉਹਨੂੰ ਕਿਸ ਤਰ੍ਹਾਂ ਜਿਹੜਾ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਉਹ ਨਿਭਾ ਰਹੇ ਨੇ, ਸੇਵਾ ਆਪਣੀਆਂ ਦੇ ਰਹੇ ਨੇ। ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਉਹਨਾਂ ਨੌਜਵਾਨ ਆਗੂਆਂ ਦਾ, ਉਹਨਾਂ ਜ਼ਿੰਮੇਵਾਰਾਂ ਦਾ ਮੈਂ ਧੰਨਵਾਦ ਕਰ ਸਕਾਂ, ਕਿਉਂਕਿ ਰਾਤ ਨੂੰ ਜਦੋਂ ਵੀ ਵਾਕੀ ਟਾਕੀ ਦੇ ਰਾਹੀਂ ਗੱਲਬਾਤ ਹੁੰਦੀ ਹੈ, ਅੱਜ ਰਾਤ ਮੈਂ ਇੱਥੇ ਨਹੀਂ ਸੀ, ਮੈਂ ਮਾਫੀ ਚਾਹੁੰਦਾ ਕਿਉਂਕਿ ਬਹੁਤ ਜ਼ਰੂਰੀ ਕੰਮ ਹੋਣ ਦੇ ਕਾਰਨ ਮੈਨੂੰ ਕੱਲ ਜਾਣਾ ਪਿਆ। ਅੱਜ ਰਾਤ ਮੈਂ ਤੜਕੇ 3 ਵਜੇ ਆਇਆ, ਪਰ ਜਦੋਂ ਮੈਂ 3 ਵਜੇ ਪੂਰੇ 3 ਦਾ ਟਾਈਮ ਸੀ ਜਦੋਂ ਆਇਆ ਤੇ ਉਸ ਟਾਈਮ ਦੇ ਉੱਤੇ ਉਹ ਨੌਜਵਾਨ ਕਿਸ ਤਰ੍ਹਾਂ ਤਨਦੇਹੀ ਦੇ ਨਾਲ ਉਹ ਆਪਣੀ ਡਿਊਟੀ ਨਿਭਾ ਰਹੇ ਸਨ। ਸੋ ਉਹਨਾਂ ਦਾ ਧੰਨਵਾਦ। ਅਤੇ ਇੱਕ ਬੇਨਤੀ ਇਹ ਵੀ ਹੈ ਕਿ ਰਾਤੀ ਮੈਨੂੰ ਫੋਨ ਜਾ ਰਹੇ ਸੀ ਕਿ ਕੁਝ ਬੱਚੇ ਜਿਹੜੇ ਨਵੇਂ ਆਉਂਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ, ਉਹ ਆ ਕੇ ਜਦੋਂ ਰਾਤ ਇੱਧਰ ਘੁੰਮਦੇ ਫਿਰਦੇ ਆ ਤੇ ਉਹ ਆਪਣੇ ਟਰੈਕਟਰਾਂ ਦੇ ਉੱਤੇ ਜਿਹੜੇ ਉਹ ਡੈਕ ਚੱਲਦੇ ਨੇ। ਮੇਰੀ ਨਿਮਰਤਾ ਸਹਿਤ ਬੇਨਤੀ ਹੈ ਵਲੰਟੀਅਰਾਂ ਨੂੰ ਵੀ, ਪਹਿਰੇਦਾਰਾਂ ਸਾਰਿਆਂ ਨੂੰ, ਤੇ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਜਿੰਨੇ ਵੀ ਲੋਕ ਤੁਸੀਂ ਇੱਥੇ ਆਏ ਹੋ, ਸਾਡਾ ਸੀਸ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਝੁਕਦਾ ਹੈ। ਪਰ ਇੱਕ ਕੰਮ ਕਰੋ, ਤੁਸੀਂ ਸਾਰੇ ਆਪਣੇ ਆਪ ਨੂੰ ਇਸ ਕਿਸਾਨੀ ਸੰਘਰਸ਼ ਦੇ ਆਗੂ ਸਮਝੋ। ਇਹ ਨਾ ਸਮਝੋ ਕਿ ਆਹ ਕੰਮ ਜਿਹੜਾ ਹੈ ਇਹ ਪ੍ਰਧਾਨ ਨੇ ਕਰਨਾ ਹੈ, ਇਹ ਫਲਾਣੇ ਪ੍ਰਧਾਨ ਨੇ ਕਰਨਾ ਹੈ, ਜਾਂ ਇਹ ਵਲੰਟੀਅਰਾਂ ਨੇ ਕਰਨਾ ਹੈ। ਨਹੀਂ ਭਾਈ, ਆਪਾਂ ਸਾਰੇ ਦੇ ਸਾਰੇ ਵਲੰਟੀਅਰ ਤੋਂ ਲੈ ਕੇ ਪ੍ਰਧਾਨ ਤੋਂ ਲੈ ਕੇ ਵਲੰਟੀਅਰ ਤੱਕ ਆਪਣੇ ਆਪ ਨੂੰ ਜ਼ਿੰਮੇਵਾਰ ਬਣਾਈਏ। ਮੈਂ ਇੱਕ ਬੇਨਤੀ ਕਰਾਂ ਕਿ ਇਹ ਜਿਹੜੀ ਜ਼ਿੰਮੇਵਾਰੀ ਆ, ਇਹ ਕੋਈ ਇਥੋਂ ਇਹ ਨਹੀਂ ਕਿ ਇਹ ਜਿਸ ਤਰ੍ਹਾਂ ਮੰਤਰੀਗਣ ਜਿਹੜੇ ਨੇ, ਕੱਲ ਇੱਕ ਗੱਲ ਹੋਰ ਆਈ,
ਉਹ ਵੀ ਮੈਂ ਸਾਂਝੀ ਕਰ ਦੇਣੀ ਚਾਹਣਾ। ਟੈਲੀਫੋਨ ਆ ਰਹੇ ਸਨ ਕਿ ਇਹ ਤਾਂ ਦੱਸੋ ਕਿ ਜਿਨ੍ਹਾਂ ਦੇ ਖਿਲਾਫ ਤੁਸੀਂ ਲੜਾਈ ਲੜ ਰਹੇ ਹੋ, ਇਹ ਐਮਐਲਏ, ਇਹ ਐਮਪੀ, ਇਹ ਮੰਤਰੀ, ਇਹ ਤਨਖਾਹਾਂ ਕਿੰਨੀਆਂ ਕਿੰਨੀਆਂ ਲੈਂਦੇ ਨੇ, ਇਹ ਪੈਨਸ਼ਨਾਂ ਕਿੰਨੀਆਂ ਕਿੰਨੀਆਂ ਲੈਂਦੇ ਨੇ। ਇੱਕ ਵਾਰ ਐਮਐਲਏ ਬਣ ਗਿਆ, ਐਮਪੀ ਬਣ ਗਿਆ, ਉਦੋਂ ਪੈਨਸ਼ਨ, ਦੂਜੀ ਵਾਰ, ਤੀਜੀ ਵਾਰ, ਚੌਥੀ ਵਾਰ, ਪੰਜਵੀਂ ਵਾਰ, ਜਿੰਨੀ ਵਾਰ ਇਹ ਐਮਐਲਏ ਤੇ ਐਮਪੀ ਬਣਦੇ ਨੇ ਇਹਨਾਂ ਨੂੰ ਪੈਨਸ਼ਨਾਂ ਹਰ ਵਾਰ ਮਿਲਦੀਆਂ ਨੇ। ਪਰ ਦੂਸਰੇ ਪਾਸੇ ਇਹ ਜਿਹੜੇ ਲੋਕ ਨੇ, ਕੱਲ ਇੱਕ ਬਹੁਤ ਦੁਖਦਾਈ ਸੂਚਨਾ ਮੈਨੂੰ ਮਿਲੀ ਜੋ ਮੈਂ ਆਪਣੀ ਮੀਟਿੰਗ ਦੇ ਵਿੱਚ ਆਗੂ ਸਾਹਿਬਾਨਾਂ ਦੇ ਕੋਲ ਰੱਖਾਂਗਾ ਕਿ ਬੱਗਿਆਂ ਦੇ ਵਿੱਚ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬੱਗੇ ਪਿੰਡ ਹੈ ਜੋ ਕਿ ਅਜਨਾਲਾ ਤਹਿਸੀਲ 'ਚ ਹੈ। ਉੱਥੇ ਜਿਹੜਾ ਕਿਸਾਨ ਸ਼ਹੀਦ ਉੱਥੋਂ ਦਾ ਹੋਇਆ ਤੇ ਉਹਦੇ ਸੰਸਕਾਰ ਵਾਸਤੇ ਪਰਿਵਾਰ ਨੂੰ ਬਹੁਤ ਮੁਸ਼ਕਲ ਆਈ। ਤਾਂ ਮੈਂ ਬੇਨਤੀ ਕਰਾਂ ਕਿ ਜਿੰਨਾ ਚਿਰ ਆਗੂ ਸਾਹਿਬਾਨ ਉਹਨਾਂ ਨੂੰ ਪਤਾ ਨਹੀਂ ਲੱਗੇਗਾ, ਉਹ ਕਿਸ ਤਰ੍ਹਾਂ ਪਰਮੇਸ਼ਰ ਨਾ ਕਰੇ ਕਿ ਇਸ ਤਰ੍ਹਾਂ ਦੀ ਘਟਨਾ ਕਿਸੇ ਨਾਲ ਨਾ ਵਾਪਰੇ। ਪਰ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤੇ ਉਸ ਇਲਾਕੇ, ਉਸ ਜਥੇਬੰਦੀ ਦੇ ਆਗੂ ਨੂੰ ਜਾਂ ਸਾਰਿਆਂ ਨੂੰ ਹੀ ਜਿਹੜਾ ਵੀ ਉਹਨਾਂ ਕੋਲ ਮਿਲਦਾ, ਜੇ ਹੋਰ ਕੋਈ ਵੀ ਨਹੀਂ ਤੇ ਤੁਸੀਂ ਦਾਸ ਦਾ ਟੈਲੀਫੋਨ, ਬਾਕੀ ਤਾਂ ਆਪਣੇ ਆਪ ਦੱਸਣਗੇ, ਦਾਸ ਦਾ ਟੈਲੀਫੋਨ 75 890 00547। ਦੁਬਾਰਾ ਫਿਰ ਬੇਨਤੀ ਕਰਾਂ, 75 890 00547 ਤੇ ਤੁਸੀਂ ਫੋਨ ਕਰ ਸਕਦੇ ਹੋ। ਮੈਂ ਆਗੂ ਸਾਹਿਬਾਨਾਂ ਦੇ ਵਿੱਚ ਉਹ ਗੱਲ ਤੁਹਾਡੀ ਰੱਖ ਕੇ ਉਹਦਾ ਹੱਲ ਕਰਾ ਸਕਦਾ। ਪਰ ਇਸ ਤਰ੍ਹਾਂ ਦਾ ਜੇ ਕੋਈ ਦੁਖਾਂਤ ਵਾਪਰਦਾ, ਗੁਰੂ ਕਿਰਪਾ ਕਰੇ ਇਸ ਤਰ੍ਹਾਂ ਦੇ ਦੁਖਾਂਤ ਨਾ ਵਾਪਰਨ। ਜਿਸ ਤਰ੍ਹਾਂ ਕਿ ਬਾਬਾ ਰਾਮ ਸਿੰਘ ਜੀ ਵੀ ਇਸ ਸੰਘਰਸ਼ ਦੇ ਕਾਰਨ ਉਹ ਆਪਣਾ ਸਰੀਰ ਜਿਹੜਾ ਹੈ ਉਹਦੀ ਕੁਰਬਾਨੀ ਦੇ ਗਏ। ਇਸ ਤਰ੍ਹਾਂ ਦੀ ਅੱਗੇ ਵੀ ਗੱਲ ਕੀਤੀ ਸੀ ਕਿ ਕੋਈ ਕੁਰਬਾਨੀ ਦੇਣ ਦੀ ਅੱਗੇ ਕੋਸ਼ਿਸ਼ ਨਾ ਕਰੇ। ਇਸ ਤਰ੍ਹਾਂ ਅਸੀਂ ਕੁਰਬਾਨੀਆਂ ਨਹੀਂ ਦੇਣੀਆਂ। ਅਸੀਂ ਸ਼ਾਂਤਮਈ ਚੱਲੇ ਸਾਂ, ਸ਼ਾਂਤਮਈ ਰਹੇ ਹਾਂ, ਸ਼ਾਂਤਮਈ ਰਹਾਂਗੇ। ਤੇ ਜਿਹੜੇ ਕਹਿੰਦੇ ਆ ਕਿ ਕੋਈ ਹੋਰ ਪ੍ਰੋਗਰਾਮ, ਭਾਈ ਤੁਹਾਡੇ ਆਗੂ ਜਿਹੜੇ ਨੇ ਉਹ ਬੜੇ ਸੋਚ ਸਮਝ ਕੇ ਫੈਸਲੇ ਕਰ ਰਹੇ ਨੇ। ਹਰ ਸਮੇਂ ਉਹ ਸੋਚ ਵਿਚਾਰ ਕਰਕੇ ਕੀ ਪ੍ਰੋਗਰਾਮ ਦੇਣਾ ਹੈ ਸੋ ਉਹ ਦੇ ਰਹੇ ਨੇ। ਇਸੇ ਤਰ੍ਹਾਂ ਆ ਜਿਹੜੀ ਭੁੱਖ ਹੜਤਾਲ ਦੀ ਜਿਹੜੀ ਲੜੀ ਚੱਲੀ ਹੈ, ਇਹ ਉਹਨਾਂ ਫੈਸਲਿਆਂ ਦਾ ਹੀ ਇੱਕ ਹਿੱਸਾ ਹੈ। ਸੋ ਤੁਸੀਂ ਜਦੋਂ ਘਰਾਂ ਤੋਂ ਚੱਲੇ ਸੋ, ਮੈਨੂੰ ਪ੍ਰੈਸ ਵਾਲੇ ਵੀਰ ਪੁੱਛਦੇ ਨੇ ਕਿ ਤੁਹਾਡਾ ਸੰਘਰਸ਼ ਕਿੰਨਾ ਚਿਰ ਚੱਲੇਗਾ, ਤੇ ਮੇਰਾ ਇੱਕੋ ਇੱਕ ਜਵਾਬ ਹੁੰਦਾ ਹੈ ਕਿ ਭਾਈ ਜਦੋਂ ਅਸੀਂ ਚੱਲੇ ਸਾਂ ਸਾਨੂੰ ਪਤਾ ਸੀ ਕਿ ਅਸੀਂ ਕਿਸ ਸ਼ਕਤੀ ਦੇ ਨਾਲ ਇਹ ਲੜਾਈ ਲੜਨ ਜਾ ਰਹੇ ਹਾਂ, ਜੋ ਸ਼ਾਂਤਮਈ ਰਹਿੰਦਿਆਂ ਹੋਇਆ ਅਸੀਂ ਇਹ 'ਚ ਕਾਮਯਾਬੀ ਕਰਨੀ ਆ। ਤਾਂ ਹੀ ਤਾਂ ਅਸੀਂ 4-4 ਮਹੀਨੇ 6-6 ਮਹੀਨਿਆਂ ਦਾ ਰਾਸ਼ਨ ਜਿਹੜਾ ਉਹ ਆਪਣੀਆਂ ਟਰਾਲੀਆਂ 'ਚ ਲੈ ਕੇ ਆਏ ਸਾਂ। ਸੋ ਇਹ ਸਾਡੀ ਲੜਾਈ ਲੰਬੀ ਹੈ, ਜਿੰਨੀ ਮਰਜ਼ੀ ਚੱਲੇ। ਪਰ ਇੱਕ ਗੱਲ ਹੈ, ਤੁਹਾਨੂੰ ਇੱਕੇ ਗੱਲ ਦਾ ਭਰੋਸਾ ਦਿਵਾਉਣੇ ਆ, ਜੋ ਸਾਨੂੰ ਵਾਰ-ਵਾਰ ਬਾਹਰੋਂ ਵੀ ਫੋਨ ਆਉਂਦੇ ਹੋ, ਵੇਖਿਓ ਕਿਤੇ ਧੋਖਾ ਨਾ ਖਾ ਜਾਇਓ, ਵੇਖਿਓ ਕਿਤੇ ਇਹਨਾਂ ਦੇ ਛਲਾਵੇ 'ਚ ਨਾ ਆ ਜਾਇਓ, ਵੇਖਿਓ ਕਿਤੇ ਡਰ ਨਾ ਜਾਇਓ। ਉਹਨਾਂ ਨੂੰ ਬੇਨਤੀ ਹੈ ਕਿ ਇਹ ਜਿਹੜੇ ਤੁਸੀਂ ਆਗੂ ਨਹੀਂ, ਇਹ ਸੇਵਾਦਾਰ ਨੇ, ਇਹ ਤੁਹਾਡੇ ਚੌਕੀਦਾਰ ਨੇ। ਅਸਲ ਮਾਇਨਿਆਂ 'ਚ ਇਹ ਤੁਹਾਡਾ ਚੌਕੀਦਾਰਾ ਕਰ ਰਹੇ ਨੇ। ਤੇ ਇਹ ਜਿੰਨੇ ਵੀ ਆਗੂ ਨੇ ਇਹ ਕਿਸੇ ਕਿਸਮ ਦਾ ਨਾ ਤਾਂ ਕੋਈ ਤੁਹਾਡਾ ਸੌਦਾ ਕਰਨਗੇ ਅਤੇ ਨਾ ਹੀ ਇਹ ਡਰਨਗੇ ਤੇ ਨਾ ਹੀ ਕਿਸੇ ਛਲਾਵੇ ਚ ਆਉਣਗੇ। ਬਹੁਤ ਤੀਖਣ ਬੁੱਧੀ ਰੱਖਦੇ ਹੋਏ ਇਹ ਸਾਰੇ ਫੈਸਲੇ ਜਿਹੜੇ ਆ ਬਹੁਤ ਵਿਚਾਰ ਨਾਲ, ਦੀਰਘਤਾ ਨਾਲ ਇਹ ਫੈਸਲੇ ਕਰ ਰਹੇ ਨੇ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕਿਉਂਕਿ ਮੀਟਿੰਗ ਦੇ ਵਿੱਚ ਵੀ ਜਾਣਾ ਹੈ ਤੇ ਇਹ ਬੇਨਤੀ ਆ ਕਿ ਜਿਹੜੇ ਫੈਸਲੇ ਕੀਤੇ ਜਾ ਰਹੇ ਨੇ ਬੜੀ ਗੰਭੀਰਤਾ ਨਾਲ ਕੀਤੇ ਜਾ ਰਹੇ ਨੇ। ਤੇ ਬੜੂ ਸਾਹਿਬ ਅਕਾਲ ਅਕੈਡਮੀ ਵੱਲੋਂ ਜੇ ਪ੍ਰੋਗਰਾਮ ਜੋ ਇਸ ਕਿਸਾਨ ਸ਼ਹੀਦ ਹੋ ਰਹੇ ਨੇ ਉਹਨਾਂ ਦੇ ਪਰਿਵਾਰਾਂ ਵਾਸਤੇ ਜੋ ਉਹਨਾਂ ਨੇ ਪ੍ਰੋਗਰਾਮ ਪਹਿਲਾਂ ਤੋਂ ਕਰਦੇ ਆ ਰਹੇ ਨੇ, ਹੁਣ ਵੀ ਕਰ ਰਹੇ ਨੇ। ਸੋ ਉਹਨਾਂ ਵੱਲੋਂ ਇਹ ਵੀ ਗੱਲ ਆਈ ਸੀ ਕਿ ਹੋਰ ਵੀ ਸਾਨੂੰ ਕੋਈ ਸੇਵਾ ਹੈ ਤਾਂ ਸਾਡੇ ਜ਼ਿੰਮੇ ਲਾਓ। ਅਸੀਂ ਬਾਬਾ ਜੀ ਦਾ, ਸਮੁੱਚੇ ਟਰਸਟ ਦਾ, ਸਮੁੱਚੇ ਸੇਵਾਦਾਰਾਂ ਦਾ, ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਕਿ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਹੋਰ ਕਿੰਨੇ ਦਾਨੀ ਇਹਦੇ ਵਿੱਚ ਸਹਿਯੋਗ ਦੇ ਰਹੇ ਨੇ। ਦਿੱਲੀ ਦੀਆਂ ਸੰਗਤਾਂ ਕਿਸ ਤਰ੍ਹਾਂ ਸਾਨੂੰ ਸਹਿਯੋਗ ਦੇ ਰਹੀਆਂ ਨੇ। ਸੋ ਸਾਡੇ ਕੋਲ ਸ਼ਬਦ ਨਹੀਂ ਜਿਨ੍ਹਾਂ ਦੇ ਨਾਲ ਉਹਨਾਂ ਸਾਰਿਆਂ ਦਾ ਧੰਨਵਾਦ ਕਰ ਸਕੀਏ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਖੇਮਾ ਦਾ ਜਾਚਕਾਂ ਬੋਲਾਂਗਾ। ਜਿਹੜੇ ਇਹ ਮੁੱਦੇ ਨੇ ਉਹਨਾਂ ਤੇ ਉਦੋਂ ਬੋਲਾਂਗਾ ਜਦੋਂ ਸਮਾਂ ਮਿਲੇਗਾ, ਸਮੇਂ ਦੇ ਅੰਦਰ ਰਹਿ ਕੇ ਫਿਰ ਗੱਲ ਕਰਾਂਗਾ। ਪਰ ਅੱਜ ਦੀ ਜਿਹੜੀ ਇਹ ਬੇਨਤੀ ਸੀ ਇਹ ਜ਼ਰੂਰੀ ਸੀ ਕਿ ਕੁਝ ਸੂਚਨਾਵਾਂ
ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ, ਬਲਾਉ ਫਤਿਹ। ਪਰ ਫਤਿਹ ਇਸ ਤਰ੍ਹਾਂ ਦੀ ਆਵਾਜ਼ ਆਵੇ ਕਿ ਇਹ ਆਵਾਜ਼ ਦਿੱਲੀ ਤਖਤ ਤੇ ਬੈਠੇ ਹੁਕਮਰਾਨਾਂ ਦੇ ਜਿਹੜੀਆਂ ਅੱਖਾਂ ਚੁੰਧਾਈਆਂ ਹੋਈਆਂ ਨੇ ਉਹ ਅੱਖਾਂ ਖੁੱਲ ਜਾਣ, ਤੇ ਜਿਹੜੇ ਕੰਨ ਉਹਨਾਂ ਨੇ ਬੰਦ ਕੀਤੇ ਹੋਏ ਨੇ ਉਹਨਾਂ ਕੰਨਾਂ ਦੇ ਅੰਦਰ ਇਹ ਆਵਾਜ਼ ਜੋਸ਼ ਨਾਲ ਜਾਣੀ ਚਾਹੀਦੀ ਆ। ਅਤੇ ਉਹਨਾਂ ਲੋਕਾਂ ਤੱਕ ਜਿਹੜੇ ਲੋਕ ਤੁਹਾਡੇ ਭਾਰਤ ਵਿੱਚ ਤੇ ਵੱਖ-ਵੱਖ ਦੇਸ਼ਾਂ ਵਿੱਚ ਬੈਠੇ ਹੋਏ ਲੋਕ ਨੇ, ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਇਹ ਆਵਾਜ਼ ਇਸ ਤਰ੍ਹਾਂ ਗੂੰਜਣੀ ਚਾਹੀਦੀ ਆ ਕਿ ਇੱਕ ਵਾਰ ਪਤਾ ਲੱਗ ਜਾਏ ਕਿ ਕੁੰਡਲੀ ਬਾਰਡਰ, ਇਹ ਸਿੰਘੂ ਬਾਰਡਰ ਦੇ ਉੱਤੇ ਇਹ ਜਿਹੜੇ ਲੋਕ ਸਮੁੱਚੇ ਕਿਸਾਨ, ਸਮੁੱਚੇ ਵਰਗ, ਸਮੁੱਚੇ ਧਰਮਾਂ ਦੇ, ਸਮੁੱਚੇ ਭਾਰਤ ਦੇ, ਸਮੁੱਚੇ ਸੰਸਾਰ ਦੇ ਲੋਕ ਇੱਥੇ ਜੋ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਏ। ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅੱਜ ਦੇ ਇਸ ਐਪੀਸੋਡ ਦੇ ਵਿੱਚ। ਦੋਸਤੋ, ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਕਲਗੀਧਰ ਟਰੱਸਟ ਜੋ ਹੈ ਸਮੇਂ ਦਾ ਹਾਣੀ ਹੋ ਕੇ ਵੀ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆ। ਜੋ ਸੰਘਰਸ਼ ਚੱਲ ਰਿਹਾ ਹੈਗਾ ਆ ਉਹਦੇ ਵਿੱਚ ਆਪਣਾ ਜਿੰਨਾ ਹੋ ਸਕਦਾ ਉਹਨਾਂ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਹੈ। ਅਟਵਾਲ ਜੀ, ਤੁਸੀਂ ਮੈਸੇਜ ਆਲਰੇਡੀ ਦੇ ਚੁੱਕੇ ਹੋ। ਸਾਰਾ ਸਾਲ ਅਸੀਂ ਐਨਾਲਿਸਿਸ ਕਰ ਲਿਆ। ਤੁਸੀਂ ਜਿਹੜਾ ਬੈਕਗਰਾਉਂਡ ਵੀ ਦੱਸਿਆ ਕਿ ਕਿਸ ਤਰ੍ਹਾਂ ਐਕਚੁਅਲੀ ਜੋ ਬਾਬਾ ਜੀ ਹੈਗੇ ਨੇ, ਬਾਬਾ ਇਕਬਾਲ ਸਿੰਘ ਜੀ ਆਲਰੇਡੀ ਆਪ ਉਹ ਕਹਿ ਲਓ ਇੱਕ ਕਿਸਾਨ ਦੀ ਬੈਕਗਰਾਉਂਡ ਤੋਂ ਵੀ ਹੈਗੇ ਨੇ, ਤੇ ਨਾਲ ਦੀ ਨਾਲ ਇੱਕ ਕਹਿ ਲਓ ਮਤਲਬ ਇੱਕ ਰਿਸਰਚਰ ਵੀ ਰਹੇ ਨੇ, ਇੱਕ ਹੈੱਡ ਰਹੇ ਨੇ। ਤੁਸੀਂ ਗਿਆਨੀ ਖੇਮ ਸਿੰਘ ਜੀ ਦੇ ਬਾਰੇ ਗੱਲਬਾਤ ਕੀਤੀ ਹੈ। ਖੁਦ ਆਈ ਥਿੰਕ ਉਹ ਅਵਾਰਡ ਵਿਨਰ ਰਹੇ ਨੇ ਜੋ ਉਹਨਾਂ ਨੇ ਯੋਗਦਾਨ ਪਾਇਆ ਪ੍ਰੋਡਕਸ਼ਨ ਦੇ ਵਿੱਚ। ਸੋ ਅਸੀਂ ਸਾਰੇ ਹੀ ਕਿਸਾਨੀ ਪਰਿਵਾਰਾਂ ਤੋਂ ਹੈਗੇ ਆ ਜੀ। ਤੁਸੀਂ ਆਪਣਾ ਦੇਖੋ ਥੋੜਾ ਬਹੁਤਾ ਪਿਛੋਕੜ, ਅਸੀਂ ਆਪਣਾ ਦੇਖੀਏ। ਸੋ ਸਾਡਾ ਸਾਰਿਆਂ ਦਾ ਇਹ ਦਰਦ ਹੈਗਾ ਆ, ਕਿਸਾਨਾਂ ਦੇ ਦਰਦ ਨੂੰ ਅਸੀਂ ਮਹਿਸੂਸ ਕਰਦੇ ਹਾਂ। ਸਾਨੂੰ ਆਪਣਾ ਹੀ ਦਰਦ ਇਹ ਲੱਗਦਾ ਹੈਗਾ ਆ। ਸੋ ਚਲੋ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਕਹਿ ਲਓ ਹੁਣ ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰ ਸਕਦੇ ਕਿਉਂਕਿ ਸਮਾਂ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਅਟਵਾਲ ਜੀ। ਸੋ ਅੱਜ ਸਾਨੂੰ ਇੱਥੇ ਹੀ ਇਜਾਜ਼ਤ ਲੈਣੀ ਪਏਗੀ। ਦੋਸਤੋ, 2020 ਦਾ ਸਾਲ ਬਹੁਤ ਖੂਬਸੂਰਤ ਸਾਡਾ ਸਫ਼ਰ ਤੁਹਾਡੇ ਨਾਲ ਨਿਕਲਿਆ। ਅਸੀਂ ਉਮੀਦ ਕਰਦੇ ਹਾਂ ਕਿ ਅਗਲਾ ਸਫ਼ਰ ਵੀ ਸਾਡਾ ਬਹੁਤ ਖੂਬਸੂਰਤ ਹੋਏਗਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ ਤੇ ਹੋਰ ਗਰਮਜੋਸ਼ੀ ਦੇ ਨਾਲ ਤੁਸੀਂ ਜੋ ਹੈ ਸਹਿਯੋਗ ਕਰੋਗੇ ਕਲਗੀਧਰ ਟਰੱਸਟ ਦਾ। ਅਟਵਾਲ ਜੀ, ਬਹੁਤ ਬਹੁਤ ਧੰਨਵਾਦ। ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਤੇ ਆਓ ਦਰਸ਼ਕਾਂ ਤੋਂ ਵੀ ਹੁਣ ਇਜਾਜ਼ਤ ਲੈ ਲਈਏ। ਸਮਾਂ ਹੋ ਚੁੱਕਿਆ ਜੀ। ਸੋ ਦੋਸਤੋ, ਅਗਲੇ ਨਵੇਂ ਸਾਲ ਦੇ ਵਿੱਚ ਹੁਣ ਤੁਹਾਡੇ ਦਰਸ਼ਨ ਕਰਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।